ਇਹੋ ਹੀ ਸਾਡਾ ਗੁਰੂ ਹੈ। ਅਸੀਂ ਇਹਦੇ ਅੱਗੇ ਪ੍ਰਕਰਮਿਆਂ ਕਰਨੀਆਂ ਹਨ। ਐਸਾ ਕੁਝ ਕਰਨਾ ਹੈ, ਇਸ ਵਾਸਤੇ ਇਸ ਨੂੰ ਅਸੀਂ ਕਿਸੇ ਤਰ੍ਹਾਂ ਵੀ ਤਿਆਗ ਨਹੀਂ ਸਕਦੇ ਹਾਂ। ਤੋ ਕਹਿਣ ਲੱਗੇ ਜਦੋਂ ਕੁਛ ਰੌਲਾ ਜਿਹਾ ਪੈ ਹਟਿਆ ਤਾਂ ਫਿਰ ਮਹਾਰਾਜ ਨੇ ਇਸ ਗੱਲ 'ਤੇ ਅੜੀ ਰੱਖੀ ਅਤੇ ਉਹਨਾਂ ਨੇ ਪ੍ਰਵਾਨ ਕਰ ਲਿਆ। ਕਹਿਣ ਲੱਗੇ ਜੀ ਜਿਵੇਂ ਤੁਹਾਨੂੰ ਪਾਉਂਦਾ ਉਸੇ ਤਰ੍ਹਾਂ ਕਰੋ, ਪਰ ਜਿਹੜੀ ਰਸਮ ਹੈ ਉਹ ਪੂਰੀ ਹੋਣੀ ਚਾਹੀਏ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾਲ ਮੁੱਖੋਂ ਮੂਲ ਮੰਤਰ ਉਚਾਰੀ ਗਏ ਅਤੇ ਨਾਲ ਮੂਲ ਮੰਤਰ ਦੇ ਉਦਾਲੇ ਹੌਲੀ ਹੌਲੀ ਨਾਲ, ਅਤੇ ਇਸ ਤਰ੍ਹਾਂ ਨਾਲ ਮਾਤਾ ਸੁਲੱਖਣੀ ਜੀ ਦੇ ਤਾਈਂ ਜੋ ਸਾਡੀ ਮਾਤਾ ਉਹਨਾਂ ਦੇ ਘਰ ਵਾਲਿਆਂ ਨਾਲ ਇਉਂ ਇੱਕ ਵਿਆਹ ਦੀ ਰਸਮ ਮੂਲ ਮੰਤਰ ਦੇ ਉਦਾਲੇ ਪ੍ਰਕਰਮਿਆਂ ਨਾਲ ਹੋਈ। ਇਹ ਘਟਨਾ ਗੋਹਜ ਨਾਮੇ ਕਥਾ ਦੇ ਵਿੱਚ ਜਿਹੜੀ ਪੋਥੀ ਪ੍ਰਾਚੀਨ ਕਾਲ ਦੀ ਦੱਸਦੇ ਨੇ, ਔਰ ਹਜ਼ੂਰ ਸਾਹਿਬ ਦੇ ਪੁਜਾਰੀ ਦੇ ਪਾਸ ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਉਹਦੇ ਵਿੱਚੋਂ ਕੁਝ ਵਿਧੀਆਂ ਲਿਖੀਆਂ ਉਸ ਸਮੇਂ 'ਤੇ ਗ੍ਰਹਿਣ ਕੀਤੀਆਂ ਸੀ। ਔਰ ਉਹ ਵਿਧੀਆਂ ਜਿਹੜੀਆਂ ਸੀ ਅਖੰਡ ਪਾਠ ਦੀ ਵਿਧੀ, ਆ ਜਪਜੀ ਸਾਹਿਬ ਦੇ ਸਮੇਤ ਰੱਖਣ ਦੀ, ਅਤੇ ਹੋਰ ਸਾਰੇ ਮਰਨੇ ਪਰਨੇ ਦੀ ਸਾਰੀਆਂ ਵਿਧੀਆਂ ਜਿੰਨੀਆਂ ਉਹ ਫਿਰ ਨੋਟ ਕੀਤੀਆਂ ਸੀ ਔਰ ਉਹ ਪੋਥੀ ਪੁਜਾਰੀ ਦੇ ਸਪੁਰਦ ਕਰਤੀ। ਹੁਣ ਉਹ ਪੁਜਾਰੀ ਜਿਹੜਾ ਉਸ ਮੌਕੇ ਦਾ ਸੀ, ਉਸ ਤੋਂ ਬਾਅਦ ਪੁਜਾਰੀ ਕੋਈ ਦੱਸ ਨਹੀਂ ਰਿਹਾ ਪੋਥੀ ਕਿੱਧਰ ਗਈ ਹੈ ਕਿੱਥੇ ਨਹੀਂ ਗਈ, ਪਤਾ ਨਹੀਂ ਗੁਪਤ ਕਰਤੀ ਹੈ ਕਿਵੇਂ ਕਰ ਦਿੱਤਾ ਹੈ। ਇਸ ਕਰਕੇ ਸਾਧ ਸੰਗਤ ਜੀ ਇਹ ਇੱਕ ਐਸਾ ਹੈ ਸਮਾਗਮ ਜਦੋਂ ਕਿ ਖਾਸ ਗੁਰੂ ਪਾਤਸ਼ਾਹ ਨੇ ਉਸ ਮੌਕੇ 'ਤੇ ਵਿਆਹ ਵੀ ਜਿਹੜਾ ਹੈ ਮੂਲ ਮੰਤਰ ਦੇ ਉਦਾਲੇ 4 ਪ੍ਰਕਰਮਿਆਂ ਕਰਕੇ ਅਤੇ ਸਾਰਿਆਂ ਨੂੰ ਕਹਿ ਦਿੱਤਾ ਭਾਈ ਮੁੱਖੋਂ ਸਾਰੇ ਹੀ ਮੂਲ ਮੰਤਰ ਬੋਲੀ ਜਾਓ, ਜਿਸ ਤਰ੍ਹਾਂ ਇੱਕ ਓੰਕਾਰ ਸਤਨਾਮ ਆਦਿ ਸਾਰੇ ਹੀ ਬੋਲੀ ਜਾਣਾ ਹੈ। ਅਤੇ ਉਹ ਵੀ ਹੌਲੀ ਹੌਲੀ ਟਿਕਾ ਦੇ ਨਾਲ ਸਾਰੇ ਮੂਲ ਮੰਤਰ ਦੇ ਤਾਈਂ ਐਸੇ ਬੋਲਦੇ ਗਏ, ਅਤੇ ਬੋਲਣ ਤੋਂ ਬਾਅਦ 4 ਪ੍ਰਕਰਮਿਆਂ ਕਰਕੇ ਹਰ ਪ੍ਰਕਰਮਿਆਂ ਦੇ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਮੂਲ ਮੰਤਰ ਨੂੰ ਸਾਧ ਸੰਗਤ ਜੀ ਮੱਥਾ ਟੇਕਦੀ ਸੀ ਹਰ ਪ੍ਰਕਰਮਿਆਂ ਸਮੇਂ। ਫਿਰ ਸ਼ੁਰੂ ਕਰ ਦਿੰਦੀ ਜਦੋਂ 4 ਪ੍ਰਕਰਮਿਆਂ ਹੋ ਗਈਆਂ ਤਾਂ ਉਸ ਮੌਕੇ 4 ਵਾਰ ਮੱਥਾ ਟੇਕ ਕੇ ਫਿਰ ਬੈਠ ਜਾਂਦੇ ਨੇ। ਉਸ ਤੋਂ ਬਾਅਦ ਜਿਹੜਾ ਸਾਰਾ ਕਾਰਜ ਵਿਵਾਹ ਦਾ ਸਮਾਗਮ ਜਿਹੜਾ ਸੀ ਸਮਾਪਤ ਹੋ ਗਿਆ ਸੀ। ਇਹ ਹੈ ਗੁਰੂ ਦੀ ਉਸ ਗੁਰੂ ਨਾਨਕ ਕਾਲ ਦੀ ਮਰਯਾਦਾ ਵਿਆਹ ਸਮਾਗਮ ਦੀ, ਇਸੇ ਤਰ੍ਹਾਂ ਗੁਰੂਆਂ ਵਿੱਚ ਚਲਦੀ ਆਈ। ਫਿਰ ਇਹ ਸਾਰਾ ਸਮਾਗਮ ਜਿਹੜਾ ਸੀ ਤੀਜੇ ਪਾਤਸ਼ਾਹ ਦੇ ਸਮੇਂ ਦੇ ਵਿੱਚ ਆਨੰਦ ਸਾਹਿਬ ਜਿਹੜਾ ਸੀ ਇਹ ਸਾਰਾ ਇਹ ਮਹਾਰਾਜ ਤੀਜੇ ਪਾਤਸ਼ਾਹ ਦੇ ਪੋਤੇ ਨੇ। ਇਹ ਫਿਰ ਆਨੰਦ ਜਿਹੜਾ ਇਹਦੇ ਨਾਂ 'ਤੇ ਮਹਾਰਾਜ ਗੁਰੂ ਸਾਹਿਬ ਨੇ ਤੀਜੇ ਪਾਤਸ਼ਾਹ ਨੇ ਉਚਾਰਨ ਕੀਤਾ ਖੁਸ਼ੀ ਦੇ ਵਿੱਚ। ਫਿਰ ਜਿਹੜੇ ਇਹ ਸਾਰੀ ਵਿਉਂਤਬੰਦੀ ਤੋਂ ਬਾਅਦ ਚੌਥੇ ਪਾਤਸ਼ਾਹ ਜੀ ਨੇ ਲਾਵਾਂ ਰਚ ਦਿੱਤੀਆਂ ਅਤੇ ਲਾਵਾਂ ਰਚ ਕੇ ਸਾਰਾ ਇਹ ਸਮਾਗਮ ਐਂ ਫਿਰ ਹੋ ਗਿਆ। ਅਤੇ ਫਿਰ 10ਵੇਂ ਪਾਤਸ਼ਾਹ ਵੇਲੇ ਤਾਂ ਪੂਰੀ ਆਨੰਦ ਵਿਧੀ ਜਿਹੜੀ ਸੀ ਜਿਹਨੂੰ ਆਨੰਦ ਕਾਰਜ ਮਰਯਾਦਾ ਕਹਿੰਦੇ ਨੇ ਪੂਰੀ ਹੋ ਗਈ ਸੀ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਮਾਗਮ ਜਿਹੜਾ ਹੈ ਵਿਆਹ ਦਾ ਸਾਧ ਸੰਗਤ ਜੀ ਇਸ ਤਰ੍ਹਾਂ ਨਾਲ ਐਸੇ ਮੌਕੇ 'ਤੇ ਇਹ ਪ੍ਰਸੰਗ ਵਿੱਚ ਸਮਾਪਤ ਹੋਇਆ ਹੈ। ਕਿਉਂਕਿ ਰੌਚਕ ਕਥਾ ਹੈ ਔਰ ਰੌਚਕ ਕਥਾ ਗੁਰੂ ਕੀ ਜਿਹੜੀ ਹੈ ਇਹਦੇ ਵਿੱਚ ਇਹ ਫਲ ਦੱਸਿਆ ਭਾਈ ਜਿਹੜਾ ਇਸ ਕਥਾ ਦੇ ਤਾਈਂ ਵਿਆਹ ਸਮਾਗਮ ਦੀ ਨੂੰ ਸ਼ਰਵਣ ਕਰੇਗਾ ਮਨ ਲਾ ਕੇ ਉਹਨਾਂ ਦੀ ਜੋੜੀ ਸਦਾ ਵਾਸਤੇ ਔਰ ਪ੍ਰਸੰਨ ਅਤੇ ਦੁਬਿਧਾ ਤੋਂ ਬਿਨਾਂ ਔਰ ਖੁਸ਼ੀ ਦੇ ਵਿੱਚ ਖੈਰੀਅਤ ਵਿੱਚ ਹੀ ਰਹੇਗੀ। ਔਰ ਮਹਾਰਾਜ ਨੇ ਖੁਸ਼ੀਆਂ ਐਸੇ ਬਖਸ਼ਿਸ਼ ਕਰ ਦਿੱਤੀਆਂ ਸੀ। ਇਹ ਡੱਲੇ ਨਗਰ ਤੋਂ ਵਿਆਹਣ ਤੋਂ ਬਾਅਦ ਗੁਰੂ ਮਹਾਰਾਜ ਜੀ ਨੇ ਅੰਮ੍ਰਿਤਸਰ ਦੇ ਵਿੱਚ ਆ ਕੇ ਹਰਿਮੰਦਰ ਸਾਹਿਬ ਦੇ ਮੱਥਾ ਟੇਕਣ ਤੋਂ ਬਾਅਦ ਸਾਰਾ ਸਮਾਗਮ ਘਰ ਦੇ ਵਿੱਚ ਐਸੇ ਫਿਰ ਹੋਇਆ। ਸ਼ਬਦ ਖੁਸ਼ੀਆਂ ਦੇ ਗੀਤ ਗਾਏ ਗਏ, ਵਧਾਈਆਂ ਹੋਈਆਂ ਸਾਰੇ ਮਾਤਾ ਗੰਗਾ ਨੂੰ ਮਿਲ ਰਹੀਆਂ ਨੇ। ਪਰ ਉੱਥੇ ਹੀ ਪਿਰਥੀਆ ਸੀ
ਪਿਰਥੀ ਨੂੰ ਤਾਂ ਫਿਰ ਸੱਦਿਆ ਨਹੀਂ ਸੀ, ਕਿਉਂਕਿ ਇਹਨੇ ਤਾਂ ਵਿਰੋਧ ਬਹੁਤ ਵੱਡਾ ਕਰਤਾ ਸੀ। ਇਸ ਕਰਕੇ ਉਹਦਾ ਤਾਂ ਸੰਬੰਧ ਜੁੜਦਾ ਹੀ ਨਹੀਂ। ਮਹਾਦੇਵ ਜੋ ਸੀ ਨਾਲ ਸੀ ਮਹਾਰਾਜ ਦੇ, ਇਹ ਗਿਆ ਹੋਇਆ ਸੀ ਵਿਆਹ ਸਮਾਗਮ ਦੇ ਵਿੱਚ। ਇਸ ਲਈ ਸਾਧ ਸੰਗਤ ਜੀ, ਵਿਆਹ ਦਾ ਜਿਹੜਾ ਹੈ ਨਾ ਇਹ ਪ੍ਰਸੰਗ ਇਸ ਮੌਕੇ 'ਤੇ ਸਮਾਪਤ ਹੋ ਗਿਆ ਹੈ। ਇਹਦੀਆਂ ਜਿਹੜੀਆਂ ਅਖੀਰਲੀਆਂ ਤੁਕਾਂ ਹਨ ਉਹਨੂੰ ਪ੍ਰੇਮ ਦੇ ਨਾਲ ਆਪ ਪੜ੍ਹਨਾ ਸੁਣਨਾ ਕਰੋ। ਅਸਬਿਦ ਸ੍ਰੀ ਹਰਿਗੋਬਿੰਦ ਬਿਆਏ, ਭਾਵ ਅਦਕ ਅਲਪ ਹਮ ਗਾਏ। ਸੁਣੈ ਸੁਨਾਵੈ ਜੋ ਮਨ ਲਾਏ, ਸਿੱਖੀ ਪ੍ਰਾਪਤ ਸ਼ੋਕ ਨਸਾਈ। ਸੋ ਸਾਧ ਸੰਗਤ ਜੀ, ਇਸ ਪ੍ਰਸੰਗ ਤੇ ਕਥਾ ਨੂੰ ਸਮਾਪਤ ਕਰਦਿਆਂ ਮੰਗਲ ਕਰਨਾ ਹੈ। हे अच्युत हे पार ब्रह्म अविनाशी अघनाश, हे पूर्ण हे सर्वमय दुख भंजन गुणतास, हे संगी हे निरंकार, हे निर्गुण सब टेक, हे गोविंद हे गुण निधान, जांकै सदा भवेक। हे अपरंपर हर हरे है पी हो बनार, हे संता कै सदा संग निदाई गोय। नानक दीजै नाम दान, राखो हीर परोय। आए प्रभ शरणागति, कृपा निध दयाल। एक अखर हर मन वस्त, नानक होत निहाल। वाहिगुरु नाम जहाज है, चढ़े सो तरे पार। जो शरदा कर सेवदे, पार उतारनार। जो शरदा कर सेवदे, पार उतारना। साध संगत जी, सादा रेगूलर प्रबंध दोनों समय करन दा, और वो भी ऐसा लोकल कमेटी राही सरदार गुरबख्श सिंह जी प्रधान ਜਿਹੜਾ ਕਿ ਕਮੇਟੀ ਦੇ ਸਨ, ਉਹਨਾਂ ਨੇ ਸੰਤ ਗਿਆਨੀ ਮੋਹਨ ਸਿੰਘ ਜੀ ਦੇ ਪਾਸ ਜਾ ਕੇ ਬੇਨਤੀ ਕੀਤੀ ਕੋਈ ਸਾਨੂੰ ਵਿਦਵਾਨ ਦਿਓ। ਤਾਂ ਉਸ ਮੌਕੇ ਪਰ ਸੰਤ ਮੋਹਨ ਸਿੰਘ ਜੀ ਕਹਿੰਦੇ ਮੇਰੇ ਹੀ ਗੁਰ ਭਾਈ ਹਨ, ਔਰ ਮੇਰੇ ਨਾਲੋਂ ਵੀ ਵਿਸ਼ੇਸ਼ ਵਿਦਵਾਨ ਇਹੋ ਜਿਹੇ ਸ਼ਬਦ ਉਹਨਾਂ ਨੇ ਜਣੋਂ ਵਰਤ ਧਰੇ, ਕਿਉਂਕਿ ਉਹ ਮਹਾਨ ਪੰਡਿਤ ਹਨ ਗੁਰਮਤਿ ਵਿਦਿਆ ਦੇ ਅਤੇ ਵਿਦਾਂਤ ਵਿਦਿਆ ਦੇ। ਇਸ ਵਾਸਤੇ ਇਹਨਾਂ ਨਾਲ ਗੱਲਬਾਤ ਕਰ ਲਓ ਜੇ ਮੰਨਦੇ ਹਨ। ਮਹਾਰਾਜ ਦੀ ਹਜ਼ੂਰੀ ਵਿੱਚ ਜਦੋਂ ਇਹ ਵਿਚਾਰਾਂ ਚੱਲੀਆਂ ਤਾਂ ਉਸ ਮੌਕੇ 'ਤੇ ਕਿਹਾ, ਮਹਾਰਾਜ ਜਿਵੇਂ ਤੁਸੀਂ ਕਹੋਗੇ ਉਸ ਤਰ੍ਹਾਂ ਹੋ ਸਕਦਾ। ਕਹਿਣ ਲੱਗੇ ਫਿਰ ਤੁਸੀਂ ਜਾ ਆਓ, ਕਥਾ ਮਹੀਨਾ ਭਰ ਕਰ ਲਓ। ਜਦੋਂ ਮਹੀਨਾ ਭਰ ਕਥਾ ਕੀਤੀ, ਪ੍ਰਧਾਨ ਇੱਧਰ ਕਸ਼ਮੀਰ ਨੂੰ ਚਲੇ ਗਏ ਅਤੇ 2 ਮਹੀਨੇ ਹੋ ਗਏ ਸਾਰਾ ਪ੍ਰੋਗਰਾਮ ਚੱਲਦਿਆਂ ਕਰਦਿਆਂ। ਇਸ ਤਰ੍ਹਾਂ ਉਦੋਂ ਬਾਅਦ ਪ੍ਰਬੰਧ ਨੇ ਐਸਾ ਫੈਸਲਾ ਕੀਤਾ, ਪੱਕਿਆ ਹੀ ਰੱਖ ਲਿਆ। ਅਤੇ ਉਦੋਂ 4 ਮਹੀਨਿਆਂ ਬਾਅਦ ਔਰ ਸ਼੍ਰੋਮਣੀ ਕਮੇਟੀ ਨੂੰ ਪੱਤਰ ਲਿਖ ਕਰਕੇ ਪੱਕਾ ਮੁਲਾਜ਼ਮ ਭਰਤੀ ਕਰ ਦਿੱਤਾ ਗਿਆ। ਇਸ ਤਰ੍ਹਾਂ ਨਾਲ ਇਹ ਸਰੀਰ ਦੇ ਨਾਲ ਇਹੋ ਜਿਹੀ ਵਿਚਾਰ ਹੋਈ। ਉਦੋਂ ਬਾਅਦ ਬਹੁਤ ਸਾਰਾ ਸਮਾਗਮ ਅਤੇ ਗੁਰਮਤਿ ਦੇ ਸਾਰੇ ਪ੍ਰੋਗਰਾਮ ਚੱਲਦੇ ਗਏ ਅਤੇ ਦੋਨੋਂ ਸਮੇਂ ਕਥਾ ਇਤਿਹਾਸ ਦੀਆਂ ਹੁੰਦੀਆਂ ਗਈਆਂ। ਅਤੇ ਸਿਉਂ ਜਾਈਏ ਬੜੀ ਪ੍ਰਸੰਨਤਾ। ਫਿਰ ਵੀ ਪ੍ਰਬੰਧ ਨਾਲ ਮਿਲਦੇ ਰਹਾਂਗੇ। ਪ੍ਰਬੰਧ ਦੇ ਵਿੱਚ ਇੰਨੇ ਸਾਲਾਂ ਦੇ ਆਉਂਦਿਆਂ ਵੀ ਪ੍ਰਬੰਧ ਤੋਂ ਬਾਹਰ ਫਿਰ ਵੀ ਨਹੀਂ ਹੋਣਾ। ਪ੍ਰਬੰਧਕਾਂ ਨਾਲ ਮਿਲ ਮਿਲਾਪ ਰੱਖਾਂਗੇ, ਪਿਆਰ ਰੱਖਾਂਗੇ। ਇਹ ਸਾਡੀ ਭਾਵਨਾ ਬਣੀ ਹੋਈ ਹੈ। ਇੰਨੇ ਕੁ ਲਫ਼ਜ਼ਾਂ ਨੂੰ ਪ੍ਰਵਾਨ ਕਰਨਾ। ਅਤੇ ਇਸ ਨਾਲ ਜਿਨ੍ਹਾਂ ਸੱਜਣਾ ਨੇ ਜਿਵੇਂ ਮੇਰਾ ਸਾਥ ਦਿੱਤਾ ਹੈ, ਲੰਮਾ ਸਮਾਂ ਮੇਰੇ ਪਾਸੋਂ ਹੀ ਜਦੋਂ ਇਹ ਡਾਇਰੈਕਟਰ ਸਨ, ਇਹ ਐਗਰੀਕਲਚਰ ਅੱਜ ਦੇ ਇਸ ਸੇਵਾ ਮੁਕਤੀ ਸਮਾਗਮ
ਜੋ ਮਾਨਯੋਗ ਸੰਤ ਮੁਖਤਿਆਰ ਸਿੰਘ ਜੀ ਸਾਰੰਗ, ਜਿਹੜੇ ਕਿ ਇਸ ਸਥਾਨ ਤੇ ਜਿਨ੍ਹਾਂ ਨੇ ਆਪਣੇ ਜੀਵਨ ਦਾ ਬਿਹਤਰੀਨ ਹਿੱਸਾ ਜਿਨ੍ਹਾਂ ਦਾ ਇਸ ਸਥਾਨ ਤੇ ਗੁਜ਼ਰਿਆ ਹੈ। ਤਕਰੀਬਨ ਸੋ 1 ਜਨਵਰੀ 1976 ਤੋਂ ਲੈ ਕੇ ਅੱਜ ਤੱਕ ਜਿਨ੍ਹਾਂ ਨੇ ਇਸ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਕਥਾ ਵਿਚਾਰ ਦੀ ਸੇਵਾ ਔਰ ਗੁਰੂ ਇਤਿਹਾਸ ਦੀ ਜੋ ਕਥਾ ਵਿਚਾਰ ਆਪ ਜੀ ਸਰਵਣ ਕਰਦੇ ਰਹੇ, ਜਿਨ੍ਹਾਂ ਪਾਸੋਂ ਤਕਰੀਬਨ 6 ਕਥਾ ਉਹਨਾਂ ਵੱਲੋਂ ਇੱਥੇ ਸਮਾਪਤ ਕੀਤੀਆਂ ਗਈਆਂ ਸਨ, ਪਹਿਲਾਂ ਸੰਪੂਰਨ ਹੋ ਚੁੱਕੀਆਂ ਹਨ। ਅੱਜ 7ਵੀਂ ਕਥਾ ਅੱਜ ਦੇ ਦਿਨ ਤੱਕ ਚੱਲ ਰਹੀ ਸੀ, ਜਿਹੜੀ ਕਿ 16/7/2000 ਨੂੰ ਸ਼ੁਰੂ ਹੋਈ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਅਤੇ ਜੋ ਗੁਰ ਇਤਿਹਾਸ ਦੀ ਸ਼ਾਮ ਦੀ ਕਥਾ ਆਪ ਜੀ ਸਰਵਣ ਕਰਦੇ ਸਨ, ਉਹ ਵੀ ਇਸੇ ਤਰ੍ਹਾਂ ਤਕਰੀਬਨ ਕਈ ਕਥਾ ਇਸ ਸਥਾਨ 'ਤੇ ਆਪ ਜੀ ਨੇ ਸਰਵਣ ਕੀਤੀਆਂ ਉਹਨਾਂ ਪਾਸੋਂ। ਸੋ ਅੱਜ ਦਾ ਸਮਾਗਮ ਉਹਨਾਂ ਦੇ ਜਿੱਥੇ ਹੋਰ 3 ਗੁਰਦੁਆਰਾ ਸਾਹਿਬ ਦੇ ਮੁਲਾਜ਼ਮ ਸੇਵਾ ਮੁਕਤ ਹੋ ਰਹੇ ਹਨ, ਅਤੇ ਉਹ ਵੀ ਅੱਜ ਇੱਥੋਂ ਆਪ ਜੀ ਸਿੱਖ ਸੰਗਤਾਂ ਵੱਲੋਂ ਵਿਦਾਇਗੀ ਦਾ ਜੋ ਸਮਾਗਮ ਇਸ ਦੇ ਵਿੱਚ ਜੋ ਸਮਾਗਮ ਹੋ ਰਿਹਾ ਹੈ, ਇਸ ਦੇ ਸੰਬੰਧ ਵਿੱਚ ਉਹਨਾਂ ਪਾਸੋਂ ਜਿਨ੍ਹਾਂ ਵੀ ਵਿਦਿਆਰਥੀਆਂ ਨੇ, ਉਹਨਾਂ ਦੇ ਸਹਿਯੋਗੀ ਸਾਥੀਆਂ ਨੇ ਵਿੱਦਿਆ ਪ੍ਰਾਪਤ ਕੀਤੀ ਹੈ ਗੁਰਮਤਿ ਦੀ, ਗੁਰ ਇਤਿਹਾਸ ਦੀ, ਗੁਰਬਾਣੀ ਦੀ, ਉਹਨਾਂ ਨੇ ਇਸ ਸਮੇਂ 'ਤੇ ਆਪਣੇ ਤਕਰੀਬਨ 2-3 ਮਿੰਟ ਵਿਚਾਰ ਸਾਂਝੇ ਕਰਨੇ ਨੇ ਸੰਗਤਾਂ ਦੇ ਨਾਲ। ਸੋ ਸਭ ਤੋਂ ਪਹਿਲਾਂ ਬੇਨਤੀ ਕਰਾਂ ਭਾਈ ਸਾਹਿਬ ਭਾਈ ਪਾਲ ਸਿੰਘ ਜੀ, ਨਿਹੰਗ ਸਿੰਘ ਜੀ, ਜਿਨ੍ਹਾਂ ਨੇ ਉਹਨਾਂ ਨਾਲ ਤਕਰੀਬਨ 5-6 ਕਥਾ ਇਸ ਸਥਾਨ 'ਤੇ ਕਰਵਾਈਆਂ ਹਨ। ਸੋ ਉਹਨਾਂ ਵੱਲੋਂ ਇਸ ਸਮਾਗਮ ਦੇ ਮੌਕੇ 'ਤੇ ਆਪ ਜੀ ਸਿੱਖ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਨੇ ਹਨ। ਭਾਈ ਪਾਲ ਸਿੰਘ ਜੀ, ਨਿਹੰਗ ਸਿੰਘ ਜੀ। परम पूजे धन धन सतगुरु श्री गुरु ग्रंथ साहिब महाराज सांझी वालता दी प्रतीक तुरकी बाणी आई तन सगली चिंत मिटाई, जिन्हां दी छतर छाया हेठ पावन पवित्र स्थान गुरुद्वारा श्री भट्ठा साहिब विखे इलाका निवासी समूह साध संगत गुरुद्वारा साहिब जी का समूह स्टाफ और मैनेजर साहब सारिया संगतां नूं वाहिगुरू जी का खालसा वाहिगुरू जी की फतेह। अज महान मारतंड विद्या दे सागर परम पूजे श्रीमान संत ज्ञानी मुखत्यार सिंह जी सारंग मेरे विद्या गुरु, जिन्हों ने 28 साल तक इस स्थान ते दोनों टाइम कथा की और आप जी नूं ये सारी गल दस चुके ने। जो मैं इन्हां दी प्रथाई संगत दा प्यार अपनी इन्हां 20 सालां दे विच देखिया है इलाके दे विच, तकरीबन मैं समझो भी अद्धी उम्र अज मेरी 44 साल की तकरीबन आजू हो चुकी है। 20-22 साल तो मैं इस इलाके दे विच अपने गुजार चुका हुण तक। जो संगतां ने महापुरुषां नूं प्यार दिता है, विद्या नूं प्यार दिता है, इस गल की किते भी मिसाल नहीं मिलती। तो मैं इन्हां दे प्रथाए की उस्ताद दे शब्द कह सकदा हाँ। मैं तो यही कहना धन गुरु गोबिंद सिंह कलगीधर पातशाह, जिन्हां ने इस स्थान के उत्ते इन्हां संगतां दे उत्ते इन्नी महान कृपा की, जिन्हां ने अपनी चलाई हुई दमदमी टकसाल दे विचों एडे वड्डे महान विद्वान मारतंड विद्या दे सागर, जिन्हां नूं इस पावन पवित्र स्थान ते सेवा का मौका मिलिया और संगतां दे विच गुरसिੱਖੀ का प्रचार जिथे इत्थे कीता, उत्थे महान हिंदुस्तान दे विच 4 कुंभ लगते ने, उज्जैन, नासिक, हरिद्वार, इलाहाबाद, जिथे तगड़े तगड़े विद्या के मारतंड विद्वान, निर्मले संत, उदासी संत, बैरागी संत, सन्यासी संत, जिहड़े वेदां शास्त्रां दे ज्ञाता, जदों महापुरुष उत्थे विद्या के सागर कथा करते हुंदे ने, कुंभां दे मेले दे उत्ते बड़े बड़े विद्वान आउंदे ने, जिन्हां दी कोई मिसाल नहीं दी जा सकती। पर उन्हां दे विच महापुरुषां ने जाके जदों विद्या का गुरबाणी का प्रचार किया, प्रमाण दिते, तो वह भी आस आस कर उठते ने। सो ये सारी कृपा जिहड़ी है धन धन पूजे सत्कार जो श्री मानिकसवाड़ संत बाबा गुरबचन सिंह जी पिंडरां वाले, ते धन धन सत्कार जो श्री मानिकसवाड़ संत बाबा मोहन सिंह जी पिंडरां वालियां दी देन है साडे इलाके नूं। पर मैं एक बेनती करां कि इन्ने साल विद्या दे
ਇਹਨਾਂ ਨੇ ਇੱਥੇ ਪੜ੍ਹਾਈ ਕਰਵਾਈ, ਵਿਦਿਆਰਥੀ ਪੜ੍ਹੇ ਨੇ। ਚਲੋ ਜਿਹਦੇ ਭਾਗਾਂ 'ਚ ਵਿਦਿਆ ਉਹੀ ਪੜ੍ਹਦਾ ਹੈ। ਪਰ ਮੈਂ ਆਉਣ ਵਾਲੇ ਸਮੇਂ 'ਚ ਤਾਂ ਮੈਂ ਇਹੀ ਗੱਲ ਕਹਾਂਗਾ ਕਿ ਜਿਹੜੀ ਆਉਣ ਵਾਲੀ ਸਿੱਖ ਪਨੀਰੀ ਹੈ ਔਰ ਜਿੰਨੀ ਵੀ ਆਉਣ ਵਾਲੀ ਜਨਸੰਖਿਆ ਹੈ, ਜ਼ਰੂਰੀ ਨਹੀਂ ਕਿ ਇਹ ਗ੍ਰੰਥੀ ਸਿੰਘ ਮਨੁੱਖੀ ਬਣ ਸਕਦੇ, ਮਰਦ ਬਣ ਸਕਦੇ ਨੇ, ਪਰ ਬੀਬੀਆਂ ਵੀ, ਬੱਚੇ ਵੀ। ਅਸੀਂ ਬਹੁਤ ਦੂਰ ਜਾ ਚੁੱਕੇ ਹਾਂ ਗੁਰਮਤਿ ਦੇ ਵਿੱਚੋਂ। ਜਿਹੜਾ ਕੋਈ 8ਵੀਂ ਫੇਲ ਹੋ ਜਾਂਦਾ ਉੱਠ ਕੇ ਅਖੰਡ ਪਾਠ ਕਰਨ ਲੱਗ ਪੈਂਦਾ ਹੈ। ਸਾਧ ਸੰਗਤ ਜਿਹੜੀਆਂ ਟਕਸਾਲਾਂ ਚਲਾਈਆਂ ਗਈਆਂ, ਬਾਬਾ ਦੀਪ ਸਿੰਘ ਦੀ, ਬਾਬਾ ਮਣੀ ਸਿੰਘ ਜੀ ਦੀ ਸੰਪਰਦਾਵਾਂ ਇਹ ਚੱਲੀਆਂ ਨੇ, ਉਦਾਸੀ ਸੰਪਰਦਾਵਾਂ ਚੱਲੀਆਂ ਨੇ। ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਨਾਲ ਪੜ੍ਹਨਾ ਬਹੁਤ ਜ਼ਰੂਰੀ ਹੈ। ਤੋ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਆਪੋ ਆਪਣੇ ਬੱਚਿਆਂ ਨੂੰ ਜਿੱਥੇ ਤੁਸੀਂ ਸਕੂਲ ਦੀ ਵਿੱਦਿਆ ਦਿੰਦੇ ਜੇ, ਉੱਥੇ ਇਸੇ ਤਰ੍ਹਾਂ ਇਹੋ ਜਿਹੇ ਮਹਾਨ ਵਿਦਵਾਨਾਂ ਦੇ ਕੋਲੋਂ ਵਿੱਦਿਆ ਦੇਣ ਵਾਸਤੇ, ਲੈਣ ਵਾਸਤੇ ਆਪਣੇ ਬੱਚਿਆਂ ਨੂੰ ਆਪ ਵੀ ਹਿੰਮਤ ਕਰੋ। ਮੈਂ ਦਕੋਹਾ ਸਾਹਿਬ ਰਾਮਾ ਮੰਡੀ ਦੇ ਕੋਲ ਕੈਂਟ ਸਟੇਸ਼ਨ ਦੇ ਨਾਲ ਹੀ ਆ ਜਲੰਧਰ, ਧੰਨ ਧੰਨ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਗੱਦੀ ਨਸੀਨ ਸ੍ਰੀ ਮਾਨ ਸੰਤ ਬਾਬਾ ਭਗਵੰਤ ਭਜਨ ਸਿੰਘ ਜੀ, ਉੱਥੇ ਰਹਿੰਦਾ। ਤਕਰੀਬਨ ਮੇਰੇ ਕੋਲ 35 ਵਿਦਿਆਰਥੀ ਪੜ੍ਹਦੇ ਨੇ, ਜਿਨ੍ਹਾਂ ਦੇ ਵਿੱਚੋਂ ਤਕਰੀਬਨ 16-17 ਅਖੰਡ ਪਾਠੀ ਬਣ ਚੁੱਕੇ, ਜਿਨ੍ਹਾਂ 3-3 ਸੰਥਿਆ ਕਰ ਲਈਆਂ ਗੁਰੂ ਗ੍ਰੰਥ ਸਾਹਿਬ ਦੀਆਂ ਲੜੀਵਾਰ ਤੋਂ। ਇਸ ਵੇਲੇ ਮੇਰੇ ਕੋਲ 15-20 ਬੱਚੇ ਯੂਪੀ ਤੋਂ ਆ ਚੁੱਕੇ ਨੇ, ਜਿਨ੍ਹਾਂ ਨੂੰ ਪੰਜਾਬੀ ਪੜ੍ਹਾਉਣੀ ਹੈ ਤੇ ਸਿੱਖ ਨੇ, ਪਰ ਪੰਜਾਬੀ ਨਹੀਂ ਪੜ੍ਹੇ। ਪੰਜਾਬੀ ਪੜ੍ਹਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਵਿੱਦਿਆ ਉਹਨਾਂ ਨਾਲ ਨਾਲ ਪੜ੍ਹਾਈ ਜਾ ਰਹੀ ਹੈ। ਮੈਂ ਬੜੇ ਫਕਰ ਦੇ ਨਾਲ ਜਿੱਥੇ ਵੀ ਬੋਲਦਾ ਹਾਂ ਜਾਂ ਮੈਂ ਜਦ ਬੱਚਿਆਂ ਨੂੰ ਪੜ੍ਹਾਉਂਦਾ ਹਾਂ ਤਾਂ ਮੇਰੇ ਸਾਹਮਣੇ ਇਹ ਸਾਰਾ ਸੀਨ ਆ ਜਾਂਦਾ ਹੈ ਪੱਠਾ ਸਾਹਿਬ ਦਾ, ਕਿ ਜੋ ਕਿਰਪਾ ਪੱਠਾ ਸਾਹਿਬ ਨੇ ਕੀਤੀ, ਜੋ ਮਹਾਂਪੁਰਸ਼ਾਂ ਨੇ ਕੀਤੀ, ਜੋ ਇਸ ਇਲਾਕੇ ਦੀ ਸੰਗਤ ਨੇ ਆਸ਼ੀਰਵਾਦ ਦਿੱਤਾ ਹੈ, ਉਹਦੀ ਵਿਰਾਸਤ ਅੱਜ ਮੈਂ ਇਹ ਵਿੱਦਿਆ ਉੱਥੇ ਪੜ੍ਹਾ ਰਿਹਾ ਹਾਂ। ਸੋ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ। ਤੇ ਮੈਂ ਤੇ ਸਾਰੀਆਂ ਸੰਗਤਾਂ ਦਾ ਔਰ ਮੈਨੇਜਰ ਸਾਹਿਬ ਦਾ, ਸਾਰੇ ਇਲਾਕਾ ਨਿਵਾਸੀ ਸੰਗਤਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਔਰ ਇਹਨਾਂ ਤੰਤਾਯੋਗ ਸਮਝਾਂ ਜਿਨ੍ਹਾਂ ਐਡੇ ਵੱਡੇ ਮਹਾਨ ਮਹਾਂਪੁਰਸ਼ਾਂ ਨੂੰ ਇਸ ਸਥਾਨ 'ਤੇ ਰੱਖਿਆ, ਤੇ ਸਾਡੇ ਵਰਗਿਆਂ ਨੂੰ ਵੀ ਇਸ ਸਥਾਨ 'ਤੇ ਆ ਕੇ ਇਹਨਾਂ ਮਹਾਂਪੁਰਸ਼ਾਂ ਦੇ ਕੋਲੋਂ ਵਿੱਦਿਆ ਮਿਲੀ ਹੈ। ਸੋ ਮਹਾਰਾਜ ਕਿਰਪਾ ਕਰਨ, ਸੰਗਤਾਂ ਇਸੇ ਤਰ੍ਹਾਂ ਵਸਦੀਆਂ ਰਹਿਣ। ਇਸੇ ਤਰ੍ਹਾਂ ਇਸ ਸਥਾਨ ਦੇ ਉੱਤੇ ਬੜੇ ਬੜੇ ਵਿਦਵਾਨ ਕਥਾਵਾਚਕ ਆਉਂਦੇ ਰਹਿਣ ਤੇ ਸੰਗਤਾਂ ਇਸੇ ਤਰ੍ਹਾਂ ਕਦਰੋ ਕੀਮਤ ਇਹਨਾਂ ਦੀ ਕਰਦੇ ਰਹਿਣ। ਸੋ ਮੈਂ ਇੰਨਾ ਹੀ ਕਹਿੰਦਾ ਹੋਇਆ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਕਹਿੰਦਾ। ਮਹਾਂਪੁਰਸ਼ਾਂ ਦੀ ਵਿਦਾਇਗੀ ਉੱਤੇ ਮੈਂ ਇਸ ਗੱਲ ਦੀ ਵਧਾਈ ਦਿੰਦਾ ਕਿ ਇਹਨਾਂ ਆਪਣੇ ਜੀਵਨ ਕਾਲ ਦੇ ਵਿੱਚ ਸਭ ਤੋਂ ਜ਼ਿੰਦਗੀ ਦਾ ਵੱਧ ਸਮਾਂ ਇਸ ਇਲਾਕੇ ਨੂੰ ਦਿੱਤਾ ਹੈ। ਇਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ਣ, ਇਸੇ ਤਰ੍ਹਾਂ ਸੰਗਤਾਂ ਦਾ ਪਿਆਰ ਬਣਿਆ ਰਹੇ। ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਪਾਲ ਸਿੰਘ ਜੀ, ਮਾਨਯੋਗ ਸੰਤ ਮੁਖਤਿਆਰ ਸਿੰਘ ਜੀ ਹੋਰਾਂ ਦੇ ਜੋ ਵਿਦਿਆਰਥੀ ਰਹੇ ਨੇ, ਬਹੁਤ ਲੰਮਾ ਸਮਾਂ ਉਹਨਾਂ ਵੱਲੋਂ ਆਪ ਜੀ ਦੇ ਨਾਲ ਵਿਚਾਰ ਸਾਂਝੇ ਕੀਤੇ ਗਏ ਹਨ। ਹੁਣ ਗਿਆਨੀ ਗੁਰਨਾਮ ਸਿੰਘ ਜੀ ਹੋਰਾਂ ਨੂੰ ਬੇਨਤੀ ਹੈ ਕਿ ਉਹ ਇਸ ਸਮੇਂ 'ਤੇ 2-3 ਮਿੰਟ ਆਪ ਜੀ ਸਿੱਖ ਸੰਗਤਾਂ ਨਾਲ ਵਿਚਾਰ ਸਾਂਝੇ ਕਰਨ। ਬੇਨਤੀ ਹੈ ਕਿ ਜੋ ਬਾਬਾ ਜੀ ਹੋਰਾਂ ਦੇ ਪ੍ਰੇਮੀ ਹਨ, ਉਹਨਾਂ ਨੇ ਵਿਚਾਰ ਤਾਂ ਸੰਗਤਾਂ ਦੇ ਅੱਗੇ ਰੱਖਣੇ ਹਨ, ਕਿਉਂਕਿ ਇਸ ਜੋ ਬੇਨਤੀ ਨੂੰ ਪ੍ਰਵਾਨ ਕਰਨ, ਕਿਉਂਕਿ ਹੁਣ ਜੋ ਸੋਧਰ ਦੀ ਚੌਂਕੀ ਸ਼ੁਰੂ ਹੋਣੀ ਹੈ, ਤਕਰੀਬਨ 2-2, 3-3 ਮਿੰਟ ਸਿੱਖ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਨ ਦੀ ਕਿਰਪਾਲਤਾ ਕਰਨ, ਕਿਉਂਕਿ ਸੋਧਰ ਦੀ ਚੌਂਕੀ ਦਾ ਟਾਈਮ ਤਕਰੀਬਨ ਨੇੜੇ ਆ ਰਿਹਾ ਹੈ, ਕਿਉਂਕਿ ਉਹ ਜੋ ਰਹਿਰਾਸ ਸਾਹਿਬ ਤੋਂ ਪਹਿਲਾਂ ਸੋਧਰ ਦੀ ਚੌਂਕੀ ਵੀ ਸ਼ੁਰੂ ਹੋਣੀ ਹੈ। ਸੋ ਬੇਨਤੀ ਹੈ ਬੁਲਾਰਿਆਂ ਨੂੰ ਕਿ ਤਕਰੀਬਨ 2-3 ਮਿੰਟ ਦੇ ਵਿੱਚ ਆਪਣੇ ਵਿਚਾਰਾਂ ਦੀ ਸਮਾਪਤੀ ਕਰਨ ਦੀ ਕਿਰਪਾਲਤਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ, ਗੁਰੂ ਦੀ ਪਿਆਰੀ ਸਾਜੀ ਸਾਧ ਸੰਗਤ, ਮਾਨਯੋਗ ਸੰਤ ਗਿਆਨੀ ਮੁਖਤਿਆਰ ਸਿੰਘ ਜੀ ਸਾਰੰਗ, ਸਰਦਾਰ ਮਹਿੰਦਰ ਸਿੰਘ ਮੈਨੇਜਰ ਸਾਹਿਬ, ਹੋਰ ਸਾਰੀਆਂ ਸੰਗਤਾਂ, ਪਹਿਲਾਂ ਆਪਣੀ ਰਸਨਾ ਪਵਿੱਤਰ ਕਰੋ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਲਾਓ ਹਾਜ਼ਰੀਆਂ, ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਰੀਆਂ ਸੰਗਤਾਂ ਨੂੰ ਪਤਾ ਹੀ ਹੈ, ਗਿਆਨੀ ਜੀ ਨੇ ਦੱਸ ਹੀ ਦਿੱਤਾ ਹੈ ਕਿ ਮਹਾਂਪੁਰਸ਼ ਸੰਤ ਗਿਆਨੀ ਮੁਖਤਿਆਰ ਸਿੰਘ ਜੀ ਸਾਰੰਗ, ਜਿਨ੍ਹਾਂ ਨੇ 1976 ਤੋਂ ਲੈ ਕੇ ਇਸ ਸਮੇਂ ਤੱਕ 28 ਸਾਲ ਇਸ ਪਵਿੱਤਰ ਸਥਾਨ, ਜਿੱਥੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਵਿੱਤਰ ਚਰਨ ਪਾ ਕੇ ਜਲ ਦੇ ਭੱਠੇ ਨੂੰ ਠੰਡਾ ਕੀਤਾ,
ਅਤੇ ਮਹਾਵਾ ਕੀਤਾ ਤਬ ਤਮਾਹੇ ਠੰਡ ਵਰਤਾਈ, ਆਨੰਦ ਭਇਆ ਦੁਖ ਨਾਠੇ ਪਾਈ। ਇਸ ਪਵਿੱਤਰ ਸਥਾਨ ਤੇ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਣ ਕਰਾ ਕੇ ਅਤੇ ਗੁਰੂ ਇਤਿਹਾਸ ਦੀ ਕਥਾ ਸਰਵਣ ਕਰਾ ਕੇ ਸੰਗਤਾਂ ਨੂੰ ਹੁਣ ਤੱਕ ਨਿਹਾਲ ਕਰਦੇ ਰਹੇ ਹਨ ਅਤੇ ਸਾਰੇ ਹੀ ਇਲਾਕੇ ਵਿੱਚ ਇਹਨਾਂ ਦਾ ਬਹੁਤ ਮਾਣ ਸਤਿਕਾਰ ਹੈ। ਇਹਨਾਂ ਨੇ ਇੱਥੇ ਆ ਕੇ ਗੁਰਬਾਣੀ ਦਾ ਪ੍ਰਚਾਰ ਕੀਤਾ ਅਤੇ ਪ੍ਰਚਾਰ ਹੀ ਨਹੀਂ ਕੀਤਾ, ਸੰਗਤਾਂ ਨੂੰ ਅੰਮ੍ਰਿਤ ਛਕਾਇਆ, ਗੁਰਬਾਣੀ ਵੱਲ ਜੋੜਿਆ ਅਤੇ ਕਈ ਵਿਦਿਆਰਥੀ ਜਿਨ੍ਹਾਂ ਨੂੰ ਕਥਾ ਵਿਚਾਰ ਅਤੇ ਗੁਰਬਾਣੀ ਦੀ ਸੰਥਿਆ ਦਿੱਤੀ। ਦਾਸ ਨੇ ਵੀ ਮਹਾਂਪੁਰਸ਼ਾਂ ਕੋਲੋਂ ਸੰਥਿਆ ਕੀਤੀ ਹੈ। ਜਥੇਦਾਰ ਪਾਲ ਸਿੰਘ, ਨਾਹੰਗ ਸਿੰਘ, ਸਰਦਾਰ ਰਣਜੀਤ ਸਿੰਘ, ਸਰਦਾਰ ਸੁੱਚਾ ਸਿੰਘ, ਸਰਦਾਰ ਚਰਨਜੀਤ ਸਿੰਘ, ਸਰਦਾਰ ਬਲਵਿੰਦਰ ਸਿੰਘ, ਜਿਨ੍ਹਾਂ ਨੇ ਕਿ ਇੱਥੇ ਇਸ ਸਥਾਨ ਤੇ ਸੰਤ ਗਿਆਨੀ ਮੁਖਤਿਆਰ ਸਿੰਘ ਜੀ ਪਾਸੋਂ ਵਿਦਿਆ ਪ੍ਰਾਪਤ ਕੀਤੀ ਹੈ। ਇਹਨਾਂ ਦਾ ਅਸੀਂ ਤਾਂ ਦੇਣ ਦੇ ਨਹੀਂ ਸਕਦੇ, ਜਿਨ੍ਹਾਂ ਨੇ ਕਿ ਸਾਨੂੰ ਇਹ ਵਿਦਿਆ ਦੇ ਕੇ ਇੱਥੇ ਇਸ ਪਵਿੱਤਰ ਸਥਾਨ ਤੇ ਗ੍ਰੰਥੀ ਦੀ ਡਿਊਟੀ ਮਿਲੀ ਹੈ ਅਤੇ ਅਸੀਂ ਸਾਰੇ ਹੀ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ, ਸਾਰਾ ਸਟਾਫ ਹੀ, ਕਿਉਂਕਿ ਇਹਨਾਂ 'ਤੇ ਬਹੁਤ ਖੁਸ਼ ਹੈ। ਅਤੇ ਹੁਣ ਵੀ ਮੈਂ ਬੇਨਤੀ ਕਰਦਾ ਸੰਤ ਜੀ ਨੂੰ ਕਿ ਜਦ ਵੀ ਸਮਾਂ ਮਿਲੇ ਇੱਥੇ ਆ ਕੇ ਕਥਾ ਵਿਚਾਰ ਸਰਵਣ ਕਰਾ ਕੇ ਸੰਗਤਾਂ ਨੂੰ ਨਿਹਾਲ ਕਰਨਾ ਹੈ। ਕਿਉਂ ਸਰਦਾਰ ਮਹਿੰਦਰ ਸਿੰਘ ਜੀ ਨੇ ਵੀ ਪਹਿਲਾਂ ਦਫ਼ਤਰ ਵਿੱਚ ਵੀ ਬੇਨਤੀ ਕੀਤੀ ਸੀ, ਸੰਤ ਜੀ ਜ਼ਰੂਰ ਇੱਥੇ ਆਉਂਦੇ ਰਹਿਣਾ ਅਤੇ ਇਸ ਤਰ੍ਹਾਂ ਸਾਡਾ ਵੀ ਬੜਾ ਮਨ ਖੁਸ਼ ਹੋਵੇਗਾ ਕਿ ਅਸੀਂ ਅੱਜ ਫੇਰ ਸੰਤ ਜੀ ਤੇ ਉਪਦੇਸ਼ ਲੈ ਰਹੇ ਹਾਂ ਅਤੇ ਇਸ ਸਥਾਨ ਤੇ ਅਸੀਂ ਫੇਰ ਵੀ ਕਥਾ ਸੰਤਾਂ ਤੇ ਸਰਵਣ ਕਰਦੇ ਰਹੀਏ। ਅਸੀਂ ਧੰਨਵਾਦ ਕਰਦੇ ਸੰਤ ਜੀ ਦਾ, ਜਿਨ੍ਹਾਂ ਨੇ ਇਤਨਾ ਲੰਬਾ ਸਮਾਂ ਇੱਥੇ ਕਥਾ ਵਿਚਾਰ ਸਰਵਣ ਕਰਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਬੇਨਤੀ ਕਰਾਂ ਭਾਈ ਜਸਵਿੰਦਰ ਸਿੰਘ ਜੀ ਬਰਾੜ, ਜਿਹੜੇ ਕਿ ਤਕਰੀਬਨ ਜਨਵਰੀ 77 ਤੋਂ ਇੱਥੇ, ਮੈਂ ਤੇ ਬਰਾੜ ਜੀ ਜਨਵਰੀ 77 ਵਿੱਚ ਇੱਥੇ ਬਤੌਰ ਅਖੰਡ ਪਾਠੀ ਆਏ ਸਨ। ਸੰਸਕ੍ਰਿਤ ਦੀ ਸਾਡੀ ਵਿੱਦਿਆ ਅਧੂਰੀ ਸੀ, ਜਿਹੜੀ ਕਿ ਅਸੀਂ ਮਾਨਯੋਗ ਸੰਤ ਮੁਖਤਿਆਰ ਸਿੰਘ ਜੀ ਹੋਰਾਂ ਪਾਸੋਂ ਪ੍ਰਾਪਤ ਕੀਤੀ ਹੈ। ਅਤੇ ਉਹ ਤੋਂ ਬਾਅਦ ਹਲਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰ ਕੇ ਪਿਆਰੇ, ਗੁਰਸਾਖੀ ਜੋਤ ਪ੍ਰਗਟ ਹੋਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਖ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਭੱਠਾ ਸਾਹਿਬ, ਕਹਿਣ ਦਾ ਭਾਵ ਬੈਕੁੰਠ ਵਿੱਚ ਬੈਠੀ ਹੋਈ ਸਾਧ ਸੰਗਤ ਜੀ, ਮੈਨੇਜਰ ਸਾਹਿਬ ਅਤੇ ਸਮੂਹ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇ ਵੱਡੇ ਭਾਗ ਹਨ ਜਿਨ੍ਹਾਂ ਨੇ ਤਕਰੀਬਨ 28 ਸਾਲ ਤੋਂ ਸੰਤ ਗਿਆਨੀ ਮੁਖਤਿਆਰ ਸਿੰਘ ਜੀ, ਕਿਉਂਕਿ ਸੰਸਾਰ ਦੇ ਵਿੱਚ 3 ਪ੍ਰਮੁੱਖ ਸੰਸਥਾਵਾਂ ਹਨ। ਸਭ ਤੋਂ ਪਹਿਲੇ ਨੰਬਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਕਿ ਸਮੂਹ ਸੰਸਾਰ ਦੇ ਵਿੱਚ ਆਪਣੇ ਪ੍ਰਬੰਧ ਅਧੀਨ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਅੰਮ੍ਰਿਤ ਨਾਲ ਜੋੜਦੀ ਹੈ, ਗੁਰੂ ਦੀ ਸਿੱਖਿਆ ਨਾਲ ਜੋੜਦੀ ਹੈ, ਪਰਮਾਤਮਾ ਨਾਲ ਜੋੜਦੀ ਹੈ। ਉਹਨਾਂ ਸੰਸਥਾਵਾਂ ਵਿੱਚੋਂ ਇੱਕ ਬਹੁਤ ਮਹੱਤਵਪੂਰਨ ਸੰਸਥਾ ਦਮਦਮੀ ਟਕਸਾਲ, ਅਤੇ ਤੀਜੇ ਨੰਬਰ 'ਤੇ ਜੋ ਸੰਸਥਾ ਹੈ ਅਖੰਡ ਕੀਰਤਨ ਜਥੇ ਦੀ, ਉਹ ਨਿਰੋਲ ਕੀਰਤਨ ਦੁਆਰਾ ਵਾਹਿਗੁਰੂ ਜੀ ਦੇ ਬਾਣੀ ਨਾਲ ਜੋੜਦੀ ਹੈ। ਕਿਉਂਕਿ 28 ਸਾਲ ਦੇ ਵਿੱਚ ਇਹਨਾਂ ਨੇ ਇਸ ਇਲਾਕੇ ਦੇ ਵਿੱਚ ਦੂਰ ਦੂਰ ਪਿੰਡਾਂ ਵਿੱਚ ਜਾ ਕੇ ਪ੍ਰਚਾਰ ਕੀਤਾ, ਸੰਗਤਾਂ ਨੂੰ ਅੰਮ੍ਰਿਤ ਛਕਾਏ, ਕੇਵਲ ਤੇ ਕੇਵਲ ਗੁਰਬਾਣੀ ਨਾਲ ਜੋੜਿਆ। ਦਾਸ ਨੂੰ ਵੀ ਅਤੇ ਗਿਆਨੀ ਰਣਵੀਰ ਸਿੰਘ ਜੀ, ਜੋ ਕਿ ਦਾਸ ਨਾਲ 76 ਦੇ ਵਿੱਚ ਇਹਨਾਂ ਨਾਲ ਪਿਆਰ ਪਿਆ। ਅਸੀਂ ਨਿਵਾਣ ਦੇ ਬੱਚੇ ਸਾਂ, ਸਾਨੂੰ ਗਿਆਨੀ ਮੁਖਤਾਰ ਸਿੰਘ ਜੀ ਨੇ, ਗਿਆਨੀ ਈਸਰ ਸਿੰਘ ਜੀ ਹੜਗ੍ਰੰਥੀ ਅਤੇ ਗਿਆਨੀ ਮਹਿੰਦਰ ਸਿੰਘ ਜੀ ਜੋ ਕਿ ਵਾਰਕੋਟਲੇ ਤੋਂ ਹਨ, ਇਹਨਾਂ ਸਾਨੂੰ ਪਿਆਰ ਦਿੱਤਾ। ਅਸੀਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਗੁਰੂ ਮਹਾਰਾਜ ਹੁਣ ਵੀ
ਇਹਨਾਂ ਨੂੰ ਅੱਗੇ ਤੋਂ ਜੋ ਰਿਟਾਇਰਮੈਂਟ ਹੋਈ ਸੇਵਾ ਮੁਕਤ ਹੋਏ ਹਨ, ਹੋਰ ਵੀ ਕਿਰਪਾ ਹੋਈ ਹੈ ਇਹਨਾਂ ਤੇ, ਕਿਉਂਕਿ ਇਹਨਾਂ ਦਾ ਨਿਵਾਸ ਇਸੇ ਮਹੱਲੇ ਵਿੱਚ ਹੋਇਆ ਹੈ। ਗੁਰੂ ਜੀ ਨੇ ਆਪਣੇ ਸਥਾਨ ਦੇ ਲਾਗੇ ਹੀ ਰੱਖਿਆ ਹੈ। ਇਲਾਕਾ ਇਹਨਾਂ ਦਾ ਦੂਰ ਹੈ, ਬਠਿੰਡਾ ਹੈ, ਲੇਕਿਨ ਗੁਰੂ ਜੀ ਕਿਰਪਾ ਦੁਆਰਾ ਗੁਰੂ ਜੀ ਨੇ ਆਪਣੇ ਗੁਰੂ ਨਗਰ ਵਿੱਚ ਵਾਸਾ ਕਰਵਾਇਆ ਹੈ। NCC ਆਫੀਸਰ ਰੋਪੜ ਜਿਹੜੇ ਕਿ ਮਾਨਯੋਗ ਸੰਤ ਜੀ ਹੋਰਾਂ ਦੇ ਗੁਆਂਢੀ ਹਨ। ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਬੈਠੀ ਹੋਈ ਗੁਰੂ ਖਾਲਸਾ ਸਾਧ ਸੰਗਤ, ਕਾਫੀ ਵਿਚਾਰ ਹੋ ਚੁੱਕੇ ਹਨ ਕਿ 1976 ਤੋਂ ਸਭ ਤੋਂ ਪਹਿਲਾਂ ਸੰਤ ਗਿਆਨੀ ਮੋਹਨ ਸਿੰਘ ਜੀ ਪਿੰਡਰਾਂ ਵਾਲੇ, ਉਹਨਾਂ ਦੇ ਜਥੇ ਦੇ ਨਾਲ ਸਾਡੇ ਨਗਰ ਵਿਖੇ 40 ਦਿਨ ਦਾ ਪ੍ਰੋਗਰਾਮ ਸੀ, ਕਥਾ ਹੋਇਆ ਕਰਦੀ ਸੀ। ਕਥਾ ਦਾ ਪ੍ਰਵਾਹ ਜੋ ਹੈ ਇਸੇ ਮਹੀਨੇ ਵਿੱਚ ਚੱਲਿਆ ਕਰਦਾ ਸੀ। ਜਦੋਂ ਗੁਰਦੁਆਰਾ ਭੱਠਾ ਸਾਹਿਬ ਵਿਖੇ ਜਥਾ ਪੁੱਜਿਆ ਤੇ ਇੱਥੋਂ ਦੀਆਂ ਸੰਗਤਾਂ ਨੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਕਿ ਸੰਤ ਗਿਆਨੀ ਮੁਖਤਿਆਰ ਸਿੰਘ ਜੀ, ਉਹਨਾਂ ਨੂੰ ਤੁਸੀਂ ਇਸ ਇਲਾਕੇ ਨੂੰ, ਇਸ ਗੁਰਦੁਆਰਾ ਸਾਹਿਬ ਨੂੰ ਸੇਵਾ ਵਿੱਚ ਕਥਾ ਵਾਸਤੇ ਛੱਡ ਕੇ ਜਾਓ, ਤਾਂ ਜੋ ਇਹ ਇਲਾਕਾ ਜੋ ਹੈ ਪਛੜਿਆ ਹੋਇਆ ਇਲਾਕਾ ਹੈ। ਇਸ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਬਹੁਤ ਘੱਟ ਹੈ। ਸੰਗਤਾਂ ਨੂੰ ਆਮ ਪਤਾ ਹੀ ਹੈ ਕਿ 4 ਚੁਫੇਰੇ ਤਮਾਕੂ ਹੀ ਤਮਾਕੂ ਨਜ਼ਰ ਆਇਆ ਕਰਦਾ ਸੀ। 1976 ਤੋਂ ਪਹਿਲਾਂ ਦੀ ਗੱਲ ਹੈ। ਜਦ ਤੋਂ ਪ੍ਰਚਾਰ ਸ਼ੁਰੂ ਹੋਇਆ, ਮਹਾਂਪੁਰਖਾਂ ਨੇ ਘਾੜ ਦੇ ਇਲਾਕੇ ਵਿੱਚ ਪ੍ਰਚਾਰ ਸ਼ੁਰੂ ਕੀਤਾ, ਖਿਜ਼ਰਾਬਾਦ ਨਗਰ ਦੇ ਵਿੱਚ, ਤੇ ਭੱਠਾ ਸਾਹਿਬ ਸੰਤ ਜੀ ਦੀ ਡਿਊਟੀ ਲਗਾਈ। ਸੋ ਹੁਣ ਤੁਸੀਂ ਦੇਖ ਰਹੇ ਹੋ ਕਿ ਪਿੰਡਾਂ ਦੀ ਕੀ ਦਸ਼ਾ ਹੈ। ਉਹੀ ਪਿੰਡ ਜਿਹੜੇ ਕਿ ਤੰਬਾਕੂ ਬੀਜਿਆ ਕਰਦੇ ਸਨ, ਪ੍ਰਚਾਰ ਦੇ ਨਾਲ ਉੱਥੇ ਨਾਂ ਨਿਸ਼ਾਨ ਨਹੀਂ ਹੈ। ਸਿੱਖੀ ਦਾ ਬਹੁਤ ਪ੍ਰਚਾਰ ਹੋਇਆ। ਕਥਾ ਵਾਸਤੇ ਬੇਨਤੀ ਕਰਨ ਤਾਂ ਜ਼ਰੂਰ ਇਸੇ ਤਰ੍ਹਾਂ ਸੰਗਤਾਂ ਨੂੰ ਪਿਆਰ ਦੇਣਗੇ, ਕਿਉਂਕਿ ਕਥਾ ਜੋ ਹੈ, ਇਹਨਾਂ ਦੀ ਕਥਾ ਵਿੱਚ ਸੁਣਨ ਦੇ ਨਾਲ ਇੱਕ ਟਕਸਾਲ ਦਾ ਆਨੰਦ ਆਉਂਦਾ ਹੈ। ਜਦੋਂ ਆਵਾਜ਼ ਆਉਂਦੀ ਹੈ, ਚਾਹੇ ਕੋਈ ਵੀ ਕਿੰਨੀ ਦੂਰ ਤੋਂ ਆਏ, ਚਾਹੇ ਨਾ। ਹੁਣ ਮੈਂ ਬੇਨਤੀ ਕਰਾਂਗਾ ਸਰ ਸ਼ਮਸ਼ੇਰ ਸਿੰਘ ਜੀ ਸੋਹਲ, ਉਹਨਾਂ ਨੂੰ ਕਿ ਉਹ ਨਾਲ ਲੱਗਦੀ ਆਪਾਂ ਸਰੋਪਾ ਜੋ ਹੈ ਸ੍ਰੀ ਸੁਖਮਨੀ ਸਾਹਿਬ ਸੁਸਾਇਟੀ ਵੱਲੋਂ ਸੰਤ ਜੀ ਨੂੰ ਬੇਨਤੀ ਕਰਦੇ ਹਾਂ, ਮਾਨਯੋਗ ਸਰਦਾਰ ਸ਼ਮਸ਼ੇਰ ਸਿੰਘ ਜੀ ਕਿ ਤੇ ਪਾਵਨ ਹਾਜ਼ਰੀ ਭਰਦੀ ਗੁਰੂ ਪਿਆਰੀ ਸਾਧ ਸੰਗਤ, ਮੈਂ ਵੇਖ ਰਿਹਾ ਸਮੂਹ ਸੰਗਤਾਂ ਬੜੇ ਭਰੇ ਦਿਲ ਨਾਲ ਹਾਜ਼ਰ ਬੈਠੀਆਂ ਨੇ, ਪਰ ਕਹਿ ਕੁਝ ਨਹੀਂ ਸਕਦੇ। ਅੱਜ ਅਸੀਂ ਉਸ ਸ਼ਖਸੀਅਤ ਨੂੰ ਵਿਦਾਇਗੀ ਦੇ ਰਹੇ ਹਾਂ ਜਿਸ ਨੇ ਸਮਾਜ ਵਿੱਚ ਆਪਣੇ ਦੁਨੀਆ ਵਿੱਚ ਆਉਣ ਦਾ ਪ੍ਰਯੋਜਨ ਕੁਝ ਸਾਰਥਕ ਕਰ ਵਿਖਾਇਆ। ਟੀ ਦਾ ਖਾਸ ਕਰਕੇ ਧੰਨਵਾਦ ਆ ਕਿ ਜਿਨ੍ਹਾਂ ਨੇ ਇਹਨਾਂ ਦੀ ਸੇਵਾ ਇਸ ਇਲਾਕੇ ਦੀ ਬਹਿਬੂਦੀ ਲਈ ਕੀਤੀ, ਅਤੇ ਗਿਆਨੀ ਜੀ ਦੇ ਦਰਸ਼ਨ ਜਿਵੇਂ ਹੁੰਦੇ ਰਹਿਣ। ਸਮੂਹ ਮਹੱਲਾ ਗੁਰੂ ਨਗਰ ਵੱਲੋਂ ਅਤੇ ਪਹਿਲਾਂ ਵੀ ਸਰ ਜਗਮੋਹਨ ਸਿੰਘ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜਿਹੜੀ ਇਸ ਮਹੱਲੇ ਵਿੱਚ ਚੱਲ ਰਹੀ ਹੈ, ਗੁਰੂ ਦੇ ਨਾਮ ਕਰਨੇ ਹਨ ਤਾਂ ਆ ਸਕਦੇ ਹਨ, ਪਰ ਉਹ ਗਿਆਨੀ ਕੁਲਦੀਪ ਸਿੰਘ ਜੀ ਸ਼ਾਇਦ ਨਹੀਂ ਆ ਸਕੇ। ਸੋ ਨਗਰ ਕੋਟਲਾ ਨਿਹੰਗ ਤੋਂ ਮਾਨਯੋਗ ਗਿਆਨੀ ਕਰਮ ਸਿੰਘ ਜੀ ਨੰਬਰਦਾਰ ਜੀ, ਮਾਨਯੋਗ ਸਰਦਾਰ ਕਿਰਪਾਲ ਸਿੰਘ ਜੀ ਅਤੇ ਗਿਆਨੀ ਮਹਿੰਦਰ ਸਿੰਘ ਜੀ, ਔਰ ਇੱਥੋਂ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਈਸ਼ਰ ਸਿੰਘ ਜੀ ਇਸੇ ਅੱਜ ਸੇਵਾ ਮੁਕਤੀ ਦੇ ਸਮਾਗਮ ਵਿੱਚ ਤਸ਼ਰੀਫ ਫਰਮਾ ਹਨ। ਬਹੁਤ ਬਹੁਤ ਧੰਨਵਾਦ ਹੈ ਸਾਰੀਆਂ ਸੰਗਤਾਂ ਦਾ। ਔਰ ਉਪਰੰਤ ਜੋਗੋ ਜੋਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ 'ਚ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਦਾ ਖਾਲਸਾ, ਸ੍ਰੀ ਵਾਹਿਗੁਰੂ ਜੀ ਦੀ ਫਤਿਹ। ਅੱਜ ਅਸੀਂ ਸਾਰੇ ਹੀ
उस महान शख्सियत सिख कौम के बहुत बड़े विद्वान संत मुखत्यार सिंह जी नारंग साहब नूं सेवा मुक्त होने ते अपनी असूबे इच्छावां देण लई आए हाँ। क्योंकि जदों कल ज्ञानी जी ने जिन्होंने मैं बाबा जी कहना हाँ, इन्हां गल हासी मजाक भी बहुत होंदा है। इन्हां दे प्रति अगर कोई असी शब्द बोलने की कोशिश करिए, हो सकता है असी बहुत बड़ी गलती कर रहे हाँ, क्योंकि सूरज नूं दीवा की लो कुछ नहीं कर सकती। सूरज की लो अगे दीवा जो है वो बहुत ही निगुणा जिहा हुंदा है। जां रिश्तेदारां वल्लों विधायकी पार्टी जां अपने वल्लों शुभ इच्छावां दित्तियां जांदियां हन। मैं तो पहलां बुलारियां ने गल कीती सी सोल साहब ने कि बाबा जी तो वो दिन भी आए सन कि जदों कोई भी इंसान ये नहीं सी सोच रहा कि बाबा जी दे अज भी शायद हो सकता शरीर छड़ जाण चाहे कल भी छड़ जाण, परंतु इस महाराज जी तो वो सच्चे पातशाह दशमेश पिता गोबिंद सिंह जी की छोह प्राप्त गुरुद्वारा सिद्धि पट्ठा साहब जी जो इन्होंने सेवा की है, उसकी बदौलत उन्होंने सेवा नूं परमात्मा ने अपने चरणों में लगाते हुए जो उन्होंने दोबारा ये जीवन बख्शिया है, ये साड़ी सारी साध संगत की सेवा करने के लिए इन्हों इस जहान से भेजा है। तो जो सेवावां इस गुरुद्वारा साहब ने लिया हैं, इस इलाके ने लिया हैं, उन्होंने सेवावां के बदले असी तो सिर्फ इन्हों अपना प्यार ही दे सकते हैं। क्योंकि अगर बजुर्गों को प्यार पूरा मिलता रहे अपने बच्चों को, तो उन्होंने जो जिंदगी है वो बहुत ही खुशी भरी निकल जाती है। तो मैं तो जगजीत जो साडे इन्हां दे भतीजा साहब हैं उन्होंने भी बेनती करांगा तो उन्होंने घरदियां भी कि वो बाबा जी नूं कभी भी कोई इहो जिहा सन्मान जां गल करन विच कोई कोताही ना करन जिहदे नाल कि बाबा जी के दिल नूं कोई ठेस पहुँचे। क्योंकि इन्हां दा जो जीवन है वो गुरुद्वारा साहब दे विच आउण दे बावजूद ये जदों भी घर नूं वापस जाते हैं तो कभी 10 मिनट मेरे को 10 मिनट किसी होर दुकान पर बैठ के अपना मन का जो बलबले इन्हां दे मन विच हुंदे हन उहदे प्रति गल्लां करदे हन। इस गल का विश्वास होना कि जदों भी कदे तुहानूं साडी लोड़ पवे असीं हर समय तुहाडे नाल खड़ांगे ਅਤੇ परमात्मा अगे अरदास करते हैं सच्चे पातशाह तुहानूं शक्ति देण तां कि तुसीं देश ते कौम की सेवा कर सको। इन्ना कहदा होए तुहातों खिमा मंगदा। वाहिगुरू जी का खालसा वाहिगुरू जी की फतेह। जोगो जोगो टाल गुरु ग्रंथ साहब जी की हजूरी विच सजी हुई साध संगत जीओ, वाहिगुरू जी का खालसा वाहिगुरू जी की फतेह। अज असीं अपने इलाके दे महान विद्वान संत जी मुखत्यार सिंह जी सारंग साहब जिन्हां ने कि डॉक्टर की डिग्री भी की हुई सी जो कि PhD के थ्रू हुंदी है। सो ये सिख हिस्टरी दे बहुत मन्ने पर मन्ने विद्वान होए हैं जिन्हां ने कि सिख संगतां नूं सिख इतिहास बारे सही जानकारी दी है। अते बेअंत पट्ठा साहब जी विखे अते 28 साल विच बेदाग असी बांह कढ़ के कह सकते हाँ कि इन्हें 28 साल दे विच बेदाग हो के सेवा की है। सो संगतां नूं इसी तरह चलना चाहिए है। जिन्होंने भी गुरु घर की सेवा मिलती है उन्होंने बेदाग हो के इत्थों जाना चाहिए, विदायगी लेनी चाहिए है। सानू इस चीज़ का फख्र है। वाहिगुरू जी का खालसा वाहिगुरू जी की फतेह। हुण बेनती करिए ज्ञानी मानयोग संत ज्ञानी मुक्त अपना संतोख सिंह जी कंघा साहब वाले। श्री वाहिगुरू जी की फतेह। गुरु साहिब जी आदि साध संगत जी हो, संत मुखत्यार सिंह उन्होंने बारे बहुत कुछ संगतां ने कहना किया।
ਚੰਗੇ ਦੀਆਂ ਚੰਗਿਆਈਆਂ, ਬੁਰੇ ਦੀਆਂ ਬੁਰਾਈਆਂ ਦੁਨੀਆ ਕਿੰਨੀਆਂ ਕਰਦੀ ਰਹੇ, ਉਹ ਪੂਰੀਆਂ ਨਹੀਂ ਹੋਇਆ ਕਰਦੀਆਂ। ਸੋ ਇਹਨਾਂ ਬਾਰੇ ਜਿਤਨਾ ਵੀ ਕੁਝ ਕਿਹਾ ਗਿਆ, ਚਾਹੇ ਆਪਾਂ ਕਹਿ ਲਈਏ ਬਹੁਤ ਘੱਟ ਹੈ। ਸਾਹਿਬ ਵਾਲੇ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਸੰਗਤਾਂ ਵੱਲੋਂ ਇਹਨਾਂ ਦਾ ਵੀ। ਸੋ ਹੁਣ ਬੇਨਤੀ ਕਰੀਏ ਗਿਆਨੀ ਰਣਜੀਤ ਸਿੰਘ ਜੀ, ਜੋ ਉਹਨਾਂ ਦੇ ਨਾਲ ਬੜੇ ਲੰਮੇ ਸਮੇਂ ਤੋਂ ਸਹਿਯੋਗੀ ਰਹੇ ਹਨ, ਕਥਾ ਕਰਵਾਉਂਦੇ ਹਨ ਸਵੇਰ ਤੇ ਸ਼ਾਮ ਦੀ। ਉਹਨਾਂ ਗੁਰੂ ਰੂਪ ਸਤਿਕਾਰਯੋਗ ਸਾਧ ਸੰਗਤ ਜੀਓ, ਸਮਾਂ ਇਜਾਜ਼ਤ ਨਹੀਂ ਦਿੰਦਾ, ਸੋ ਸਾਜਨ ਸੋ ਸਖਾ ਮੀਤ ਜੋ ਗੁਰ ਕੀ ਮਤ ਦੇ, ਤੇ ਕਹਿਬੇ ਕੋ ਸ਼ੋਭਾ ਨਹੀਂ ਦੇਖਾਈ परवान। सो संत बाबा मुख्तार सिंह जी सारंग बहुपक्षी शख्सियत दे मालिक, जो कुछ भी इस इलाके वास्ते ते धर्म प्रचार किया सारिਆਂ ਦੇ सामने है। तो मैं सिर्फ यही बेनती करांगा कि हे सच्चे पातशाह जीओ, संतां दे सिर के उत्ते मेहर पर हत्थ रखते हुए इसी तरह ही पंथ की कौम की सेवा करने की समर्था बख्शना, ते परिवार नूं खुशियां वरताउणा, मेहरां करनियां, हर मैदान फतेह बख्शना। सारी साध संगत जो प्रेम विच जुड़ी हुई है विदायगी दे समय दे, सारियां दा धन्नवाद। ते दास तां एक तुच्छ बुद्धि वाला इन्हां दे चरनां दी छोह प्राप्त करके ते थोड़ा बहुत इस पासे इन्हां ने लाया है। मैं बचन होया सी, इन्हां दी हुक्म होया सी, और मेरी ये तमन्ना अभिलाषा कि जिस दिन तुसी सेवा मुक्त हो गए, मेरी उम्र तुहाडे नाल 1 साल 1.5 साल 2 साल से ज़्यादा ही है, मैं भी ताल इस तरह वरतना। वाहिगुरू जी का खालसा, वाहिगुरू जी की। ज्ञानी नाम खुला है ना। बोले सो निहाल। ਹੁਣ ਦੂਜਾ ਸਰੂਪਾ श्रीमान संत संतोख सिंह जी कंगा साहब वालियां नूं भेंट करनगे जी। मान सिंह मेरा बोलदा ना, हम वो भी सरूपा लें जी। बोले सो निहाल। ਸੋ ਹੁਣ ਗਿਆਨੀਪਾਲ ਸਿੰਘ ਜੀ, ਉਹਨਾਂ ਦੇ ਵਿਦਿਆਰਥੀ ਮਾਨਯੋਗ ਸੰਤ ਮੁਖਤਿਆਰ ਸਿੰਘ ਜੀ ਹੋਰਾਂ ਨੂੰ ਸਰੂਪਾ ਦੇਣਗੇ। ਗਿਆਨੀਪਾਲ ਸਿੰਘ ਜੀ, ਨਿਹੰਗ ਸਿੰਘ ਜੀ। ਬੋਲੇ ਸੋ ਨਿਹਾਲ। ਸੋ ਉਪਰੰਤ ਬੋਲੇ ਭਾਈ ਰਣਜੀਤ ਸਿੰਘ ਜੀ, ਬੋਲੇ ਸੋ ਨਿਹਾਲ। ਗਿਆਨੀ ਮਾਨ ਸਿੰਘ ਜੀ ਹੋਰਾਂ ਨੂੰ ਬੇਨਤੀ ਹੈ ਕਿ ਉਹ ਵੀ ਸਰੂਪਾ ਪ੍ਰਾਪਤ ਕਰਨ, ਜੋ ਰਾਤ ਦੇ ਸੇਵਾਦਾਰ ਰਹੇ ਨੇ ਇੱਥੇ ਗੁਰਦੁਆਰਾ। ਗਿਆਨੀ ਰਾਮ ਸਿੰਘ ਜੀ, ਸੰਤ ਬਾਬਾ ਮੁਖਤਿਆਰ ਸਿੰਘ ਜੀ ਹੋਰਾਂ ਦੇ ਜੋ ਵਿਦਿਆਰਥੀ ਰਹੇ ਨੇ, ਔਰ ਸੰਤ ਗਿਆਨੀ ਮੋਹਨ ਸਿੰਘ ਜੀ ਹੋਰਾਂ ਪਿੰਡਰਾਂ ਵਾਲਿਆਂ ਦੇ ਜੋ ਵਿਦਿਆਰਥੀ ਰਹੇ ਨੇ, ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਸਰੂਪਾ ਭੇਂਟ ਕਰਨ ਬਾਬਾ ਜੀ ਨੂੰ। ਬੋਲੇ ਸੋ ਨਿਹਾਲ। ਗਿਆਨੀ ਜਗਮੋਹਨ ਸਿੰਘ ਜੀ, ਸੁਖਮਨੀ ਸੇਵਾ ਸੁਸਾਇਟੀ ਗੁਰੂ ਨਗਰ, ਸੰਤਾਂ ਨੂੰ ਸਰੂਪਾ ਭੇਂਟ ਕਰਨ ਬੇਨਤੀ ਹੈ। ਬੋਲੇ ਸੋ ਨਿਹਾਲ। ਉਪਰੰਤ ਨਗਰ ਕੋਟਲਾ ਨਿਹੰਗ ਦੀ ਸਮੁੱਚੀ ਸਮੂਹ ਨਗਰ ਨਿਵਾਸੀ ਸਰਦਾਰ ਕਰਮ ਸਿੰਘ ਜੀ ਨੰਬਰਦਾਰ ਨਗਰ ਵੱਲੋਂ ਉਹ ਇੱਥੇ ਤਸ਼ਰੀਫ ਫਰਮਾ ਹਨ। ਉਹਨਾਂ ਨੂੰ ਬੇਨਤੀ ਹੈ ਕਿ ਸੰਤਾਂ ਨੂੰ ਸਿਰੋਂ ਪਾਓ ਸ੍ਰੀ ਸਾਹਿਬ ਜਿਸ ਦੇ ਵਿੱਚ ਹੈ ਉਹ ਭੇਂਟ ਕਰਨਗੇ। ਨੰਬਰਦਾਰ ਕਰਮਜੀਤ ਸਿੰਘ ਜੀ ਤੇ ਗੁਰਦੁਆਰਾ ਬਾਬਾ ਬਚਿੱਤਰ ਸਿੰਘ ਜੀ ਦੇ ਸ਼ਹੀਦ ਅਸਥਾਨ ਦੇ ਕੀਰਤਨੀ ਜਥੇ ਵੱਲੋਂ ਅਤੇ ਗੁਰਦੁਆਰਾ ਸਾਹਿਬ ਭੱਠਾ ਸਾਹਿਬ ਦੇ ਜੋ ਲੰਗਰ ਦਾ ਬੰਦੋਬਸਤ ਕਰਦੇ ਉਧਰੋਂ, ਅਤੇ ਗੁਰਦੁਆਰਾ ਬਾਬਾ ਬਚਿੱਤਰ ਸਿੰਘ ਜੀ ਦੇ ਵੱਲੋਂ ਸਿਰੋਂ ਪਾਓ और श्री साहब पेश करें। ਗਿਆਨੀ
ਰਣਜੀਤ ਸਿੰਘ ਜੀ ਹੋਰਾਂ ਨੂੰ ਬੇਨਤੀ ਹੈ ਕਿ ਉਹ ਵੀ ਸੰਤਾਂ ਨੂੰ ਸਿਰੋਂ ਪਾਓ ਭੇਂਟ ਕਰਨ। ਬੋਲੇ ਸੋ ਨਿਹਾਲ। ਮਾਨਯੋਗ ਗਿਆਨੀ ਮਹਿੰਦਰ ਸਿੰਘ ਜੀ ਨਗਰ ਕੋਟਲਾ ਨਿਹੰਗ, ਉਹਨਾਂ ਨੂੰ ਬੇਨਤੀ ਹੈ ਕਿ ਸੰਤਾਂ ਨੂੰ ਸਿਰੋਂ ਪਾਓ ਭੇਂਟ ਕਰਨ। ਗਿਆਨੀ ਮਹਿੰਦਰ ਸਿੰਘ ਜੀ ਨਗਰ ਕੋਟਲਾ ਨਿਹੰਗ। ਸਿੰਘ ਜੀ ਬਰਾੜ, ਇਹਨਾਂ ਦੇ ਜੋ ਵਿਦਿਆਰਥੀ ਰਹੇ ਨੇ, ਉਹਨਾਂ ਨੂੰ ਬੇਨਤੀ ਹੈ ਬੋਲੇ ਸੋ ਨਿਹਾਲ। ਉਪਰੰਤ ਅੰਮ੍ਰਿਤ ਵੇਲੇ ਜੋ ਸਮੂਹ ਸੇਵਾਦਾਰ ਇਸ ਕੀਤੀ ਉਹਨਾਂ ਨੂੰ ਉਹ ਸਿਰੋਂ ਪਾਓ ਭੇਂਟ ਕਰਨਗੇ। ਬੋਲੇ ਸੋ ਨਿਹਾਲ। ਸੋ ਅੰਮ੍ਰਿਤ ਵੇਲੇ ਦੀ ਜੋ ਸੇਵਾ ਸੁਸਾਇਟੀ ਹੈ ਉਹਨਾਂ ਨੂੰ ਬੇਨਤੀ ਹੈ ਕਿ ਆ ਕੇ ਸਿਰੋਂ ਪਾਓ ਭੇਂਟ ਕਰਨ। ਗਿਆਨੀ ਮਨਜੀਤ ਸਿੰਘ ਜੀ ਪੁਲਿਸ ਲਾਈਨ ਤੋਂ ਜੋ ਪੁਲਿਸ ਆਫੀਸਰ ਨੇ, ਭਾਈ ਮਹਿੰਦਰ ਸਿੰਘ ਜੀ, ਗਿਆਨੀ ਮੋਹਨ ਸਿੰਘ ਜੀ ਅਤੇ ਤਕਰੀਬਨ ਗਿਆਨੀ ਮਹਿੰਦਰ ਸਿੰਘ ਜੀ ਰੋਪੜ ਤੋਂ, ਗਿਆਨੀ ਮਹਿੰਦਰ ਸਿੰਘ ਜੀ। ਬੋਲੇ ਸੋ ਨਿਹਾਲ। ਭਾਈ ਮਨਜੀਤ ਸਿੰਘ ਜੀ, ਸਰਦਾਰ ਹਜ਼ਾਰਾ ਸਿੰਘ ਜੀ ਕਾਨੂੰਗੋ ਕੋਟਲਾ ਨਿਹੰਗ, ਉਹਨਾਂ ਨੂੰ ਬੇਨਤੀ ਹੈ ਕਿ ਸਿਰੋਂ ਪਾਓ ਭੇਂਟ ਕਰਨ। ਅੱਛਾ ਠੀਕ ਹੈ। ਬੋਲੇ ਸੋ ਨਿਹਾਲ। ਗੁਰਬਾਣੀ ਦੀ ਉਹ ਆਪਣੇ ਵੱਲੋਂ ਸਿਰੋਂ ਪਾਓ ਭੇਂਟ ਕਰ ਰਹੇ ਹਨ। ਗਿਆਨੀ ਸੁੱਚਾ ਸਿੰਘ ਜੀ, ਜਿਹੜੇ ਕਿ ਇੱਥੇ ਬਤੌਰ ਮੈਨੇਜਰ ਵੀ ਸੇਵਾ ਨਿਭਾਉਂਦੇ ਰਹੇ ਹਨ ਅਤੇ ਅੱਜ ਕੱਲ੍ਹ ਵੀ ਇੱਥੇ ਸੇਵਾ ਕਰ ਰਹੇ ਨੇ, ਸੋ ਉਹ ਸਿਰੋਂ ਪਾਓ ਭੇਂਟ ਕਰ ਰਹੇ ਹਨ। ਬੋਲੇ ਸੋ ਨਿਹਾਲ। ਮਾਨ ਸਿੰਘ ਜੀ ਲੈਣਾ ਇਹਨਾਂ ਨੇ। ਮਾਨ ਸਿੰਘ ਲੈਣਾ। ਸੋ ਬਹੁਤ ਬਹੁਤ ਧੰਨਵਾਦ ਸਿੱਖ ਸੰਗਤਾਂ ਦਾ, ਜਿਨ੍ਹਾਂ ਨੇ ਆਪਣੇ ਰੁਝੇਵਿਆਂ ਨੂੰ ਸੰਕੋਚਦੇ ਹੋਏ ਅੱਜ ਦੇ ਸੇਵਾ ਮੁਕਤੀ ਦੇ ਗਿਆਨੀ ਰਣਜੀਤ ਸਿੰਘ ਜੀ ਕੋਟਲਾ ਨਿਹੰਗ ਵਾਲੇ ਆਪਣੇ ਨਗਰ ਦੀ ਨੌਜਵਾਨ ਜੋ ਖਾਲਸਾ ਪ੍ਰਚਾਰ ਕਮੇਟੀ ਹੈ ਉਹਨਾਂ ਕੋਲੋਂ ਸਿਰੋਂ ਪਾਓ ਪ੍ਰਾਪਤ ਕਰਨ। ਗਿਆਨੀ ਰਣਜੀਤ ਸਿੰਘ ਜੀ ਹੋਰਾਂ ਨੂੰ ਬੇਨਤੀ ਹੈ ਉਹਨਾਂ ਦੇ ਨਗਰ ਦੀ ਜੋ ਖਾਲਸਾ ਪ੍ਰਚਾਰ ਕਮੇਟੀ ਹੈ, ਬੁਲਾ ਲਓ ਉਹਨਾਂ ਨੂੰ ਅੱਗੇ ਤਰਫ ਦਿਓ। ਫਿਰ ਠੀਕ ਹੈ ਜੀ। ਬਾਬਾ ਸੰਤੋਖ ਸਿੰਘ ਜੀ ਹੋਰਾਂ ਨੂੰ ਅੰਮ੍ਰਿਤ ਵੇਲੇ ਦੇ ਸੇਵਾਦਾਰਾਂ ਵੱਲੋਂ ਬੇਨਤੀ ਹੈ ਕਿ ਉਹ ਇਹਨਾਂ ਵੱਲੋਂ ਜੋ ਸਿਰੋਂ ਪਾਓ ਹੈ ਉਹ ਕਿਰਪਾ ਕਰਕੇ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨ। ਅੰਮ੍ਰਿਤ ਵੇਲੇ ਦੇ ਜੋ ਸੇਵਾਦਾਰ ਹਨ, ਆਓ ਜੀ। ਗਿਆਨੀ ਮਾਨਯੋਗ ਸੰਤ ਸੰਤੋਖ ਸਿੰਘ ਜੀ ਕੰਘਾ ਸਾਹਿਬ ਵਾਲੇ। ਬੋਲੇ ਸੋ ਨਿਹਾਲ। ਇਸ ਦੇ ਨਾਲ ਹੀ ਬੇਨਤੀ ਹੈ ਗਿਆਨੀ ਮਾਨ ਸਿੰਘ ਹੋਰਾਂ ਨੂੰ, ਉਹ ਵੀ ਅੰਮ੍ਰਿਤ ਵੇਲੇ ਦੇ ਸੇਵਾਦਾਰ ਆ ਰਹੇ ਹਨ, ਉਹਨਾਂ ਪਾਸੋਂ ਸਿਰੋਂ ਪਾਓ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨ। ਬੀਬੀ ਚਰਨ ਕੌਰ ਜੀ, ਸੋ ਨਗਰ ਕੋਟਲਾ ਨਿਹੰਗ ਤੋਂ ਉਹਨਾਂ ਦੇ ਪ੍ਰੇਮੀ ਪਰਿਵਾਰ ਵੱਲੋਂ ਉਹਨਾਂ ਨੂੰ ਤੁਛ ਭੇਟਾ ਕੀਤੀ ਜਾ ਰਹੀ ਹੈ, ਸੋ ਪ੍ਰਵਾਨ ਕਰਨ ਦੀ ਕਿਰਪਾਲਤਾ ਕਰਨੀ। ਭਾਈ ਸਾਹਿਬ ਪ੍ਰੀਤਮ ਸਿੰਘ ਜੀ ਬੜਾ ਲੰਮਾ ਅਰਸਾ ਇੱਥੇ ਸੇਵਾ ਕਰਦੇ ਰਹੇ ਹਨ, ਉਹਨਾਂ ਦੇ ਲੜਕਿਆਂ ਪਾਲ ਸਿੰਘ, ਰਣਜੀਤ ਸਿੰਘ ਲੱਲਾ ਬਹੁਤ ਲੰਮਾ ਸਮਾਂ ਇੱਥੇ ਸੇਵਾ ਕਰਦੇ ਰਹੇ ਨੇ, ਉਹਨਾਂ ਦੇ ਨੌਜਵਾਨ ਲੜਕਿਆਂ ਵੱਲੋਂ ਸਿਰੋਂ ਪਾਓ ਭੇਟਾਂ ਕੀਤੀ। ਅੱਜ ਦੇ ਇਸ ਸੇਵਾ ਮੁਕਤੀ ਦੇ ਸਮਾਗਮ ਵਿੱਚ ਸਿੱਖ ਸੰਗਤਾਂ ਨੇ ਆਪਣੇ ਰੁਝੇਵਿਆਂ ਨੂੰ ਸੰਕੋਚਦੇ ਹੋਏ ਹਾਜ਼ਰੀਆਂ ਲਵਾਈਆਂ ਹੈ। ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਸੋ ਜੋ ਲੰਗਰ ਦੀ ਹੈ, ਜਲ ਪਾਣੀ ਦੀ ਸੇਵਾ,
ਉਸ ਦੇ ਬਾਰੇ ਮਾਨਯੋਗ ਸੰਤ ਮੁਖਤਿਆਰ ਸਿੰਘ ਜੀ ਹੀ ਬੇਨਤੀ ਆਪ ਜੀ ਨੂੰ ਕਰ ਰਹੇ ਹਨ। ਸੰਗਤਾਂ ਨੂੰ ਬੇਨਤੀ ਹੈ ਕਿ ਲੰਗਰ ਵਿੱਚ ਹਾਜ਼ਰੀ ਲਵਾਉਣੀ। ਇਸ ਪਾਸੇ ਸੋਦਰ ਦੀ ਚੌਂਕੀ ਸ਼ੁਰੂ ਹੋਏਗੀ। ਸੋ ਇਸ ਦੇ ਸੰਬੰਧ ਵਿੱਚ ਮਾਨਯੋਗ ਗਿਆਨੀ ਸੰਤ ਮੁਖਤਿਆਰ ਸਿੰਘ ਜੀ ਹੋਰੀ ਆਪ ਜੀ ਨੂੰ ਬੇਨਤੀ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ, ਆਪ ਸਾਰੇ ਮਾਈ ਭਾਈ ਜਿਨ੍ਹਾਂ ਨੇ ਪ੍ਰੇਮ ਦਿਖਾਇਆ ਔਰ ਇਸ ਸਰੀਰ ਨਾਲ ਆਪਣਤ ਜ਼ਾਹਰ ਕੀਤੀ, ਬਹੁਤ ਬਹੁਤ ਉਹਨਾਂ ਦਾ ਸਤਿਗੁਰੂ ਪਾਵਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਧੰਨਵਾਦ। ਤੇ ਇਸੇ ਤਰ੍ਹਾਂ ਹੀ ਪਿਆਰ ਸਤਿਕਾਰ ਸੰਗਤਾਂ ਦਾ ਬਣਿਆ ਰਹੇ। ਮੈਂ ਗੁਰਦੁਆਰਾ ਪ੍ਰਬੰਧ ਦੇ ਮੈਨੇਜਰ ਸਾਹਿਬ ਤੇ ਸਟਾਫ ਦਾ ਬਹੁਤ ਬਹੁਤ ਧੰਨਵਾਦੀ ਹਾਂ, ਤੇ ਹੋਰ ਜਿਨ੍ਹਾਂ ਨੇ ਸਿਰੋਂ ਪਾਉ ਵਗੈਰਾ ਤੇ ਹੋਰ ਮਾਇਆ ਜੋ ਕੁਝ ਵੀ ਕੁਝ ਦਿੱਤਾ ਸ੍ਰੀ ਸਾਹਿਬਾਂ, ਤੇ ਇਸੇ ਤਰ੍ਹਾਂ ਗੁਰਮੁਖ ਪਿਆਰੇ ਸਰਦਾਰ ਪ੍ਰੀਤਮ ਸਿੰਘ ਜੀ ਦੇ ਪਰਿਵਾਰ ਨੇ ਉਂਝ ਵੀ ਸਾਰੀ ਸੇਵਾ ਦਾ, ਤੇ ਇਸੇ ਤਰ੍ਹਾਂ ਕਲਾਕ ਦਾ ਵੀ ਇੱਕ ਪ੍ਰੋਗਰਾਮ ਬਣਾ ਕੇ ਦਿੱਤਾ। ਬਹੁਤ ਬਹੁਤ ਧੰਨਵਾਦ। ਤੇ ਸਾਰਿਆਂ ਹੀ ਗੁਰਮੁਖਾਂ ਦਾ ਨੰਬਰਦਾਰ ਸਾਹਿਬ, ਮੈਂ ਕਿਸੇ ਦਾ ਨਾਂ ਹੁਣ ਕੀ ਲਾਂ, ਡਾਕਟਰ ਸਾਹਿਬ ਬੈਠੇ ਨੇ, ਬਿੱਲਾ ਜੀ, ਤੇ ਸਾਰੇ ਹੀ ਜਿੰਨੇ ਹਨ, ਸਾਰੇ ਗੁਰੂ ਸਾਹਿਬ ਨਾਮ ਜਾਣਦਾ ਹੈ। ਤੇ ਸਾਰਿਆਂ ਨੇ ਹੀ ਜਿੱਥੇ ਜਿਨ੍ਹਾਂ ਨੇ ਬੋਲਣਾ ਕੀਤਾ, ਨਹੀਂ ਬੋਲੇ, ਗਿਆਨੀ ਮਹਿੰਦਰ ਸਿੰਘ ਜੀ ਕੋਟਲਾ ਨਿੰਗ ਵਾਲੇ, ਜਿਹੜੇ ਗੁਰੂ ਘਰ ਦੀ ਇੱਥੇ ਅਥਾਹ ਸੇਵਾ ਕਰਦੇ ਰਹਿੰਦੇ ਹਨ। ਕਦੇ ਕੋਈ ਚੀਜ਼ ਲਿਆਤੀ ਕੀਮਤੀ, ਕਦੇ ਕੋਈ ਲਿਆਤੀ। ਆ ਫਰਸ਼ ਵਿਛੇ ਹੋਏ ਗਿਆਨੀ ਮਹਿੰਦਰ ਸਿੰਘ ਜੀ ਕੋਟਲਾ ਨਿੰਗ ਵੱਲੋਂ ਇਹ ਸਾਰਾ ਹਜ਼ਾਰਾਂ ਰੁਪਈਆਂ ਦਾ ਮੈਨੇਜਰ ਸਾਹਿਬ ਸਰਦਾਰ ਮਹਿੰਦਰ ਸਿੰਘ ਜੀ ਦੀ ਮੌਜੂਦਗੀ ਵਿੱਚ ਸਾਰਾ ਇਹ ਇੰਤਜ਼ਾਮ ਸਟਾਫ ਦੀ ਮੌਜੂਦਗੀ ਵਿੱਚ ਹੋਇਆ ਹੈ। ਤੇ ਇਸੇ ਤਰ੍ਹਾਂ ਜਿਹੜੀ ਕਿ ਵੀਡੀਓ ਫਿਲਮ ਦਾ ਪ੍ਰੋਗਰਾਮ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਲਾਉਣ ਦਾ, ਜਿਵੇਂ ਤੁਸੀਂ ਹੁਣ ਦੇਖ ਰਹੇ ਸੀ, ਇਸੇ ਤਰ੍ਹਾਂ ਹੀ ਇਹ ਸਾਰਾ ਉਹ ਵੀ ਇੰਤਜ਼ਾਮ ਇਹ ਆਪਣੇ ਵੱਲੋਂ ਕਰੀ ਬੈਠੇ ਹਨ। ਤੇ ਜਦੋਂ ਦਫ਼ਤਰ ਤਿਆਰ ਹੋ ਗਿਆ ਉਦੋਂ ਸੈਟਿੰਗ ਹੋ ਜਾਏਗੀ। ਇਹ ਸਾਰਾ ਇੰਤਜ਼ਾਮ ਇਹ ਨਿਭਾਉਂਦੇ ਨੇ। ਬਹੁਤ ਸਾਰੀਆਂ ਸੰਗਤਾਂ ਹੋਰ ਵੀ ਨਿਭਾ ਰਹੀਆਂ ਨੇ, ਜਿਸ ਤਰ੍ਹਾਂ ਆਪਣਾ ਸੇਵਾ ਸੁਸਾਇਟੀ ਦੇ ਨੌਜਵਾਨ ਹਨ, ਔਰ ਜਿਹੜੇ ਕਿ ਜੋੜਿਆਂ ਦੀ ਸੁਸਾਇਟੀ ਦੇ ਨੌਜਵਾਨ ਹਨ, ਸਾਰਿਆਂ ਦਾ ਹੀ ਧੰਨਵਾਦ। ਹੁਣ ਕਿਸੇ ਦਾ ਨਾਂ ਲਿਆ ਜਾਏ, ਤਹਿ ਦਿਲੋਂ ਮੈਂ ਜੇ ਕਿਸੇ ਦਾ ਮੌਕੇ 'ਤੇ ਜ਼ਿਕਰ ਨਾ ਹੋਇਆ, ਖਿਮਾ ਦਾ ਜਾਚਕ ਹਾਂ। ਬਹੁਤ ਤੁਹਾਡਾ ਪੁਰਜ਼ੋਰ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸਾਰਾ ਕਾਰਜ ਨਿਭਾਇਆ ਹੈ। ਤੇ ਜਿਹੜੇ ਬੋਲੇ ਉਹਨਾਂ ਦਾ ਤਾਂ ਆਪ ਹੀ ਪਤਾ ਲੱਗ ਗਿਆ ਹੈ, ਇਹ ਸਾਰਾ ਉਹਨਾਂ ਨੇ ਇੰਤਜ਼ਾਮ ਕੀਤਾ ਹੈ। ਇਸ ਕਰਕੇ ਮੈਂ ਹੁਣ ਬੇਨਤੀ ਅਗਲੀ ਕਰਾਂ, ਗੁਰਦੁਆਰਾ ਪ੍ਰਬੰਧ ਵੱਲੋਂ ਸਰਦਾਰ ਮਹਿੰਦਰ ਸਿੰਘ ਜੀ ਗੁਰਦੁਆਰਾ ਸਟਾਫ ਦੀ ਤਰਫੋਂ ਚਾਹ ਦਾ ਲੰਗਰ ਤੇ ਪਕੌੜੇ ਵਗੈਰਾ ਦਾ ਲੰਗਰ ਇਹ ਸਾਰਾ ਤਿਆਰ ਹੈ। ਤੇ ਉਮੀਦ ਹੈ ਜਿਹੜੀਆਂ ਬੈਠੀਆਂ ਸਾਰੀਆਂ ਸੰਗਤਾਂ ਹਨ ਉਹ ਲੰਗਰ ਵਿੱਚ ਚੱਲਣ ਦੀ ਕਿਰਪਾਲਤਾ ਕਰਨ, ਤਾਂ ਕਿ ਉਹ ਥੋੜ੍ਹਾ ਜਿਹਾ ਚਾਹ ਪਾਣੀ ਦਾ ਪ੍ਰੋਗਰਾਮ ਇਹ ਸਾਰਾ ਪ੍ਰਬੰਧ ਨੇ ਆਪਣੇ ਜ਼ਿੰਮੇ ਲਿਆ ਹੈ। ਉਹ ਇਸ ਕਰਕੇ ਕਿ ਸਾਰੀ ਵਿਉਂਤਬੰਦੀ ਜਿਹੜੀ ਹੈ ਇਹ ਸਕੀਮ ਵਿੱਚ ਆ ਸਕੇ। ਓ ਨਿਹਾਲ ਸਿਰਪਾਓ ਇੱਥੋਂ ਦੇ ਸਿਰੋਪਾਓ ਅੰਮ੍ਰਿਤ ਵੇਲੇ ਦੇ ਸੇਵਾਦਾਰਾਂ ਕੋਲੋਂ ਪ੍ਰਾਪਤ ਕਰ ਲੈਣ। ਅੱਗੇ ਹੋ ਜਾਓ, ਕੋਈ ਦੇ ਦਿਓ। ਬੋਲੇ ਸੋ ਨਿਹਾਲ। ਸੋ ਸੱਜਣ ਸਟੂਡੀਓ ਵੱਲੋਂ ਬੇਨਤੀ ਹੈ ਕਿ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਜੀ ਦੀ 9 ਨੰਬਰ ਦੁਕਾਨ, ਜਿਨ੍ਹਾਂ ਵੱਲੋਂ ਇਹ ਜੋ ਵੀਡੀਓ ਕੈਸਟ ਮੁਕੰਮਲ ਕੀਤੀ ਜਾ ਰਹੀ ਹੈ, ਉਹਨਾਂ ਵੱਲੋਂ ਜੋ ਇੰਤਜ਼ਾਮ ਕੀਤਾ ਗਿਆ ਸੀ, ਜੇ ਕਿਸੇ ਪ੍ਰੇਮੀ ਨੂੰ ਇਸ ਕੈਸਟ ਦੀ ਜ਼ਰੂਰਤ ਹੋਵੇ ਜਾਂ ਹੋਰ ਵੀ ਕਿਸੇ ਸਮੇਂ 'ਤੇ ਉਹਨਾਂ ਦੀ ਜ਼ਰੂਰਤ ਹੋਵੇ, ਸੋ ਸੱਜਣ ਸਟੂਡੀਓ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੁਕਾਨ ਨੰਬਰ 9 ਨਾਲ ਸੰਪਰਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਮਾਏ ਭਾਈ ਸਾਧ ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸੰਤ ਬਾਬਾ ਮੁਖਤਿਆਰ ਸਿੰਘ ਜੀ ਸਾਰੰਗ ਦੇ ਜੋ ਸੇਵਾ ਮੁਕਤੀ ਦੀ ਵੀਡੀਓ ਤਿਆਰ ਕੀਤੀ ਗਈ ਹੈ, ਉਸ ਦੀਆਂ ਕਾਪੀਆਂ ਅਤੇ ਸੀਡੀ ਜੋ ਤਿਆਰ ਹੋਣੀ, ਉਹਦੀਆਂ ਕਾਪੀਆਂ ਸਸਤੇ ਦੇ ਭਾਅ ਦੇ ਉੱਤੇ
ਜੋ ਪ੍ਰੇਮੀ ਲੈਣਾ ਚਾਹੁੰਦੇ ਹਨ ਸੰਤ ਬਾਬਾ ਮੁਖਤਾਰ ਸਿੰਘ ਜੀ ਦੀ ਯਾਦ ਨੂੰ ਕਾਇਮ ਰੱਖਣ ਵਾਸਤੇ, ਉਹਨਾਂ ਨੂੰ ਤੇ ਸੰਪਰਕ ਕਰਨਾ ਚਾਹੀਦਾ ਹੈ। सज्जन स्टूडियो, दुकान नंबर 9, पट्ठा साहिब मार्केट, मोबाइल नंबर 9815122061। ये बड़ा अवसर सुनहरी मौका है संतां महापुरुषों के बारे, क्योंकि उन्होंने सारे मुक्त सेवा मुक्ति का सारा समागम इस वीडियो च है। जो प्रेमी उन्होंने नाल श्रद्धा और प्रेम रखते हैं उन्होंने वास्ते ज़रूरी है कि वीडियो या CD की कापी लैके ते गुरुद्वारा पट्ठा साहब दे विच देख रहे हो। और इस जिहड़ी वीडियो फिल्म है ते CD की सेवा एक महान विद्वान सरदार रणजीत सिंह जी डायरेक्टर, जो खास करके और फार्मर्स रिटायर्ड और भारत सरकार खेतीबाड़ी और इन्हां दे काका सुखवीर सिंह जी, इन्हां ने खास करके वीडियो फिल्म दी ते CD दी सेवा दा और अपने खर्च ते ये सारा कारज कीता है। अगे भी ये धर्म कारजां दे विच शामिल हुंदे आ रहे हैं। इसे करके मेरा साथ इन्हां ने बड़ा भारी दिता है ते ये कारज विच जिन्ना खर्च इन्हां दा होया। इसे तरह गुरुद्वारा श्री भट्ठा साहब दे हैड ग्रंथी ज्ञानी ईश्वर सिंह जी, जिहड़े कि बड़ी चिर सेवा करते रहे ने, और इसे तरह ही और खास करके जिहड़े कि और भारतगढ़ दे ज्ञानी कुलवंत सिंह जी, वो भी बड़ी इत्थे सेवा करके रिटायर होए ने। ते इस मौके ते इन्हां सारे जिहड़े सज्जणा ने और इन्हां ने बहुत सारा गुरु घर नाल साथ दिता है। और मैं बड़ा ही तह दिलों सरदार रणजीत सिंह जी का ते खास करके सरदार प्रीतम सिंह जी, जिहड़े कि और जिन्हां दे परिवार ने सारा और वीडियो जिहड़ी खास करके कास्ट है इहदा ते फोटोग्राफी का जिन्ना सारा प्रोग्राम है, ये सारा केस्टां भरन दा ते वो तैयार करके ते इहदे नाल उस नूं सारी नूं दे ताईं ऐसे सुंदर ढंग दे नाल और वो एक खास जिहड़ा एल्बम हुंदी है ਉਹਦੇ ਵਿੱਚ ਜਾਣਨ ਦੀ ਸੇਵਾ ਵੀ ਇਹ ਪ੍ਰੀਤਮ ਸਿੰਘ ਪਰਿਵਾਰ ਵੱਲੋਂ ਹੋ ਰਹੀ ਹੈ। ਸਰਦਾਰ ਰਣਜੀਤ ਸਿੰਘ ਜੀ ਤਾਂ ਬਹੁਤ ਜ਼ਿਆਦਾ ਹੀ ਸੇਵਾ ਵਿੱਚ ਤਤਪਰ ਰਹਿੰਦੇ ਨੇ ਤੇ ਜਿਨ੍ਹਾਂ ਨੇ ਖਾਸ ਕਰਕੇ ਔਰ ਸਾਰਾ ਜੀਵਨ ਦਾ ਸਮਾਂ ਜਿੰਨਾ ਵੀ ਹੈ ਰਿਟਾਇਰ ਹੋਣ ਤੋਂ ਬਾਅਦ ਮੇਰੇ ਨਾਲ ਨਿਭਾਇਆ ਹੈ ਔਰ ਮੈਂ ਇਹਨਾਂ ਦਾ ਬਹੁਤ ਹੀ ਜ਼ਿਆਦਾ ਧੰਨਵਾਦੀ ਹਾਂ ਕਿਉਂਕਿ ਇਹ ਵਿਸ਼ੇਸ਼ ਕਰਕੇ ਖਾਸ ਸੇਵਾ ਦੇ ਪਾਤਰ ਹਨ ਤੇ ਇਹਨਾਂ ਦੇ ਸੰਬੰਧ ਵਿੱਚ ਆ ਜਿੰਨਾ ਖਰਚਾ ਸਾਰਾ ਇਹਨਾਂ ਨੇ ਆਪ ਇਸ ਫਿਲਮ ਦੇ ਤੇ ਇਸ ਤਰ੍ਹਾਂ ਦੀ CD ਦੇ ਬਾਰੇ ਚ ਕੀਤਾ ਹੈ। ਇਹਨਾਂ ਦੇ ਲੜਕੇ ਨੇ ਮਿਲ ਕਰਕੇ ਬਹੁਤ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਤੇ ਇਸ ਵਾਸਤੇ ਤਾਂ ਕਿ ਸਾਰੇ ਕਾਰਜ ਨੂੰ ਨਿਰਵਿਘਨਤਾ ਨਾਲ ਸਮਾਪਤ ਕੀਤਾ ਗਿਆ ਹੈ ਤੇ ਅੱਜ ਜਿਹੜਾ ਸਮਾਂ ਹੈ 28/7/2003 ਦੇ ਇਹ ਅੰਤ ਵਿਦਾਇਗੀ ਸਮਾਂ ਇਹ ਵਿਦਾਇਗੀ ਸਮਾਂ ਵੀ ਬੜਾ ਹੀ ਅਲੌਕਿਕ ਢੰਗ ਨਾਲ ਗਾਚਾ ਗੱਚ ਭਰੇ ਹੋਏ ਇਕੱਠ ਦੇ ਵਿੱਚ ਇਹ ਸਾਰਾ ਹੋਇਆ। ਸਾਰਿਆਂ ਨੇ ਜਿਨ੍ਹਾਂ ਨੇ ਸਿਰੋਪਾਵ ਵੀ ਦਿੱਤੇ ਮਾਇਆ ਵੀ ਦਿੱਤੀ ਤੇ ਇਸ ਤਰ੍ਹਾਂ ਨਾਲ ਜਿਨ੍ਹਾਂ ਨੇ ਸ੍ਰੀ ਸਾਹਿਬਾਂ ਤੇ ਕਲਾਕ ਵਗੈਰਾ ਭੇਟ ਕੀਤੇ ਔਰ ਸਾਰੀਆਂ ਜਥੇਬੰਦੀਆਂ ਦਾ ਮੈਂ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ। ਇਸ ਵਾਸਤੇ ਇਹਨਾਂ ਨੇ ਬਹੁਤ ਸਾਰਾ ਉਪਰਾਲਾ ਕਰਕੇ ਮਿਹਨਤਾਂ ਕੀਤੀਆਂ ਨੇ। ਲੰਗਰ ਦੇ ਜਿਹੜੀ ਸੇਵਾ ਸੀ ਉਹ ਲੰਗਰ ਦੀ ਸੇਵਾ ਨਿਭਾਈ ਔਰ ਗੁਰਦੁਆਰਾ ਭੱਠਾ ਸਾਹਿਬ ਦੇ ਮੈਨੇਜਰ ਸਾਹਿਬ ਮਹਿੰਦਰ ਸਿੰਘ ਵੱਲੋਂ ਇਹ ਅੰਤ ਵਿੱਚ ਮੈਨੂੰ ਦੁਬਾਰਾ ਤਾਂ ਕਹਿਣ ਦਾ ਮੌਕਾ ਮਿਲਿਆ। ਤੁਸੀਂ ਸਾਰਾ ਸਮਾਗਮ ਅੱਖਾਂ ਨਾਲ ਦੇਖ ਰਹੇ ਹੋ ਕਿਤਨੇ ਸੁੰਦਰ ਢੰਗ ਨਾਲ ਇਹ ਚੱਲ ਰਿਹਾ ਤੇ ਸਮਾਪਤ ਹੋ ਰਿਹਾ ਹੈ। ਵੱਖ-ਵੱਖ ਵਿਦਵਾਨਾਂ ਨੇ ਵਿਚਾਰ ਦਿੱਤੇ ਮੇਰੇ ਸੰਬੰਧ ਵਿੱਚ, ਮੈਂ ਉਹਨਾਂ ਦਾ ਵੀ ਬਹੁਤ ਜ਼ਿਆਦਾ ਧੰਨਵਾਦੀ ਹਾਂ ਤੇ ਇਸੇ ਤਰ੍ਹਾਂ ਆਈ ਸੰਗਤ ਦਾ ਵੀ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਕਿ ਬੜਾ ਭਾਰੀ ਸਾਥ ਦੇ ਕੇ ਇਸ ਤਰ੍ਹਾਂ ਨਾਲ ਇਹ ਕਾਰਜ ਨੂੰ ਨੇਪਰੇ ਚਾੜਿਆ ਤੇ ਮੈਨੂੰ ਸੇਵਾ ਮੁਕਤੀ ਵਿੱਚ ਪ੍ਰਸੰਨਤਾ ਦਿੱਤੀ ਹੈ। ਇੰਨੇ ਕੁ ਲਫ਼ਜ਼ਾਂ ਨਾਲ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦਾ।
ਗੁਰੂ ਜੀ ਕੀ ਫਤਿਹ। ਸਿੱਖ ਕੌਮ ਦੇ ਮਹਾਨ ਟਕਸਾਲੀ ਵਿਦਵਾਨ 28/7/2003 ਈਸਵੀ ਨੂੰ ਗਿਆਨੀ ਮੁਖਤਿਆਰ ਸਿੰਘ ਜੀ ਸਾਰੰਗ ਕਥਾਵਾਚਕ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਤੋਂ ਸੇਵਾ ਮੁਕਤ ਹੋ ਗਏ, ਜਿਨ੍ਹਾਂ ਨੇ 1 ਜਨਵਰੀ 1976 ਤੋਂ ਦੋਵੇਂ ਸਮੇਂ ਸ੍ਰੀ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਤੇ ਸਿੱਖ ਇਤਿਹਾਸ ਦੀਆਂ ਕਈ ਕਥਾਵਾਂ ਸੰਪੂਰਨ ਕੀਤੀਆਂ। ਗੁਰਮਤਿ ਦੇ ਪ੍ਰਚਾਰ ਤੇ ਅੰਮ੍ਰਿਤ ਦੀ ਪ੍ਰੇਰਨਾ ਸਦਕਾ ਕਿਤਨੇ ਪ੍ਰਾਣੀ ਸੰਗਰਾਂਦ ਵਾਲੇ ਦਿਨ ਅੰਮ੍ਰਿਤ ਛਕਦੇ ਰਹੇ ਹਨ। ਆਪ ਦੀ ਜਨਮ ਮਾਤਾ ਜੀ ਰਾਮ ਕੌਰ ਜੀ ਅਤੇ ਪਿਤਾ ਜੀ ਸਰਦਾਰ ਅਨੋਖ ਸਿੰਘ ਜੀ ਪਿੰਡ ਜਟਾਣਾ ਕਲਾਂ ਜ਼ਿਲ੍ਹਾ ਮਾਨਸਾ ਵਿਖੇ 30/4/31 ਈਸਵੀ ਨੂੰ ਹੋਇਆ। ਵਿਦਿਆ ਅਤੇ ਯੋਗਤਾ ਗਿਆਨੀ ਜੀ ਨੇ ਗਿਆਨੀ ਪਾਸ ਕਰਨ ਤੋਂ ਉਪਰੰਤ ਤੇ ਆਯੁਰ RMP ਤੇ ਹੋਮਿਓ ਡਾਕਟਰ। ਧਾਰਮਿਕ ਵਿਦਿਆ ਮੁੱਢਲੀ ਪਿੰਡ ਵਿੱਚ ਤੇ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਕੇ। ਅਰਥਬੋਧ ਸਿੱਖ ਪੰਥ ਦੇ ਮਹਾਨ ਟਕਸਾਲੀ ਵਿਦਵਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਤੋਂ। वेदांत कई महान विद्वानों तो। निर्मल पंथी विशेष पद्धति नरंगावादी संप्रदा नाल संबंधित भेख दे उज्जल हीरे ते कुंभां ते जोड़ा मेलियां ते कथा प्रचार आते अमृत छकन की प्रेरणा देंदे रहे हैं। आप 5 ककारां दी रहत परपक्क ते कुरैतां तो बच के नितनेमी अते नाम अभ्यासी हैं। हिंदुस्तान के बहुत अस्थानां ते खासकर पंजाब विच थां थां ते जाके सिखी प्रचार ते अमृत संचार जाके करते रहे हैं। कई पुस्तकां दे लेखक हैं जिन्हां दीयां छपियां किताबां नंबर 1 गुरुद्वारा श्री भट्टा साहिब की बहुपक्षी इतिहासक खोज, नंबर 2 कर्म सिद्धांत ते गुरमत तत्त, नंबर 3 गुरुद्वारा भट्टा साहिब का संक्षेप इतिहास, नंबर 4 मूल मंत्र तत्त निर्णय, नंबर 5 कुछ धर्मां दीयां अंतिम रस्मां ते नंबर 6 अनछपे कई खरड़े ते कई टीके जो छुपवाउण योग रहिंदे हन। ਅਤੇ ਆਪ ਜੀ ਸਰਬ ਹਿੰਦ ਨਿਰਮਲ ਮਹਾ ਮੰਡਲ ਪੰਜਾਬ ਦੇ ਸਿਰਕੱਢ ਮੈਂਬਰ ਹਨ। ਦਾਸ ਰਣਜੀਤ ਸਿੰਘ 1986 ਵਿੱਚ ਭਾਰਤ ਸਰਕਾਰ ਤੋਂ ਡਾਇਰੈਕਟਰ ਫਾਰਮਸ ਸੇਵਾ ਮੁਕਤ ਹੋਣ ਤੋਂ ਬਾਅਦ ਗੁਰਦੁਆਰਾ ਸ੍ਰੀ ਭੱਟਾ ਸਾਹਿਬ ਵਿੱਚ ਸੰਤ ਬਾਬਾ ਮੁਖਤਿਆਰ ਸਿੰਘ ਜੀ ਦੇ ਚਰਨੀ ਲੱਗ ਕੇ ਸੁਬਹ ਸ਼ਾਮ ਦੀ ਕਥਾ ਕਰਵਾਉਣਾ ਸੰਥਿਆ ਲਈ ਇਹਨਾਂ ਕੋਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਤੇ ਗੁਰਮਤਿ ਦੇ ਨਾਲ ਇਹਨਾਂ ਨੇ ਮੈਨੂੰ ਜੋੜਿਆ। ਇਹਨਾਂ ਦੀ ਚਰਨਾਂ ਦੀ ਧੂੜ ਦਾ ਸਦਕਾ ਦਾਸ ਵੀ ਇਹਨਾਂ ਦੇ ਨਾਲ ਸੇਵਾ ਕਰਵਾਉਂਦਾ ਰਿਹਾ ਹੈ। ਨਿਰਸ਼ੁਲਕ ਸੇਵਾ ਤੋਂ ਆਪਣਾ ਜੀਵਨ ਇਸ ਪਾਸੇ ਲਾ ਕੇ ਇਹਨਾਂ ਨੇ ਮੇਰੇ ਜੀਵਨ ਦੇ ਵਿੱਚ ਨਵਾਂ ਮੋੜ ਲਿਆਂਦਾ ਅਤੇ ਗੁਰਮਤਿ ਦੇ ਨਾਲ ਜੋੜਿਆ। ਮੈਂ ਤਾਂ ਇਹਨਾਂ ਦਾ ਅਤੀ ਧੰਨਵਾਦੀ ਹਾਂ, ਇਹਨਾਂ ਦਾ ਰਿਣੀ ਹਾਂ और इन्हां दी देन मैं दे नहीं सकता। इन्हां ने मैनू हमेशा ही गाइड किया और सिख धर्म के असूलों तो जानू कराउंदियां होया आते इन्हां दी गैर हाज़री जदों किते जांदे सन या बिमारी ठमारी च दास निरशुल्क श्री गुरुद्वारा श्री भट्टा साहिब विखे सुबह शाम की कथा की सेवा भी करता रहा ते निरशुल्क कथाकार होने के नाते सारी इन्हां दी देन है। मेरे वर्गे अनेका ही इन्हां ने पाठी बनाए, कथाकार बनाए, इन्हां दी देन और इन्हां दा जो शलाघायोग काम कीता है उसनूं सराहण दे कोई लफ्ज़ मेरे पास नहीं हैं।
ਤੇ ਮੈਂ ਅਖੀਰ ਵਿੱਚ ਸਾਧ ਸੰਗਤ ਜੀਓ ਪ੍ਰਭੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਅੱਗੇ ਬੇਨਤੀ ਕਰਦਾ ਕਿ ਇਹਨਾਂ ਨੂੰ ਦੀਰ ਆਯੂ ਦੇਣ, ਪਰਿਵਾਰ ਵਿੱਚ ਸੁਖ ਸ਼ਾਂਤੀ ਵਰਤਾਨ ਤੇ ਇਹਨਾਂ ਨੂੰ ਪੰਥ ਦੀ, ਇਲਾਕੇ ਦੀ ਸੇਵਾ ਕਰਨ ਦਾ ਮੌਕਾ ਇਸੇ ਤਰ੍ਹਾਂ ਮਿਲਦਾ ਰਹੇ ਔਰ ਪੰਥ ਦੇ ਵਿੱਚ ਰੋਸ਼ਨੀ ਕਰਨ, ਚਾਨਣਾ ਕਰਨ ਆਪਣਾ ਜੀਵਨ। ਇਹਨਾਂ ਦਾ ਸੱਚਾ ਸੁਚੱਜਾ ਸੁਚੱਜੇ ਢੰਗ ਦਾ ਲੋਕਾਂ ਵਾਸਤੇ ਮਿਸਾਲ ਹੈ ਕਿ ਕਿਸ ਤਰ੍ਹਾਂ ਜੀਵਨ ਜੀਵਨਾ, ਜੀਵਨਾ ਹਰ ਜੀਵਨਾ, ਜੀਵਨ ਜਪ ਹਰ ਸਾਧ ਸੰਗ, ਨਿਤਨੇਮੀ ਪ੍ਰੇਮੀ ਹੁੰਦੇ ਹੋਏ ਵੀ ਆਪਣੀ ਤੇ ਡਿਊਟੀ ਨੂੰ ਫਰਜ਼ ਸਮਝ ਕੇ ਬਲੀ ਭਾਂਤ ਇਹਨਾਂ ਨੇ ਨਿਭਾਇਆ ਹੈ ਔਰ ਦਾਸ ਉੱਤੇ ਵੀ ਕਿਰਪਾ ਕੀਤੀ ਹੈ। ਦਾਸ ਇਹਨਾਂ ਦਾ ਅਤੀ ਧੰਨਵਾਦੀ ਔਰ ਰਿਣੀ ਹੈ। ਭੁੱਲ ਚੁੱਕ ਮੁਆਫ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨੂੰ ਵਿਦਤ ਕੀਤਾ ਜਾਂਦਾ ਹੈ ਕਿ ਆ ਵੀਡੀਓ ਫਿਲਮ ਜੋ ਸੱਜਣ ਸਟੂਡੀਓ ਨੇ ਬਣਾਉਣਾ ਕੀਤੀ ਹੈ ਭਾਈ, ਇਹ ਦਿਖਾਈ ਵੀ ਜਾਏਗੀ ਔਰ ਇਸ ਦੀਆਂ ਕਾਪੀਆਂ ਜੋ CD ਕਾਪੀਜ਼ ਜਾਂ ਵੀਡੀਓ ਕਾਪੀ ਜੋ ਮਾਈ ਭਾਈ ਲੈਣਾ ਚਾਹੁੰਦੇ ਹਨ ਉਹ ਸੱਜਣ ਸਟੂਡੀਓ ਦੇ ਨਾਲ ਸੰਪਰਕ ਕਰਨ ਤੇ ਇਹਨਾਂ ਦੇ ਕੋਲੋਂ ਲੈ ਸਕਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।